कक्का किरण कमल मह पावा, सस विगास संपट नहीं आवा। ਕੱਕੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ। ਕਿਰਨ ਦਾ ਮਤਲਬ ਸੂਰਜ ਦੀ ਕਿਰਨ ਯਾਨੀ ਗਿਆਨ ਦੀ ਕਿਰਨ। ਕਮਲ ਦਾ ਮਤਲਬ ਹਿਰਦਾ, ਹਿਰਦਾ ਕਮਲ। ਪਾਵਾ ਦਾ ਮਤਲਬ ਜੇ ਪੈ ਜਾਏ, ਜੇ ਮੈਂ ਪਾ ਲਵਾਂ। ਜੇ ਮੈਂ ਗਿਆਨ ਰੂਪੀ ਸੂਰਜ ਦੀ ਕਿਰਨ ਹਿਰਦੇ ਰੂਪੀ ਕੌਲ ਵਿੱਚ ਟਿਕਾ ਲਵਾਂ। ਪਾ ਲਵਾਂ ਦਾ ਮਤਲਬ ਟਿਕਾ ਲਵਾਂ, ਯਾਨੀ ਜੇ ਗੁਰੂ ਦਾ ਜੋ ਗਿਆਨ ਹੈ, ਗਿਆਨ ਰੂਪ ਸੂਰਜ ਹੈ, ਉਹਦੀ ਜੇ ਕਿਰਨ ਆਪਣੀ ਸੋਚ ਦੇ ਅੰਦਰ, ਆਪਣੇ ਦਿਮਾਗ ਦੇ ਅੰਦਰ ਮੈਂ ਟਿਕਾ ਲਵਾਂ, ਬੁੱਧੀ ਵਿੱਚ ਟਿਕਾ ਲਵਾਂ। ਭਾਵ ਜੇ ਮੇਰੀ ਜ਼ਿੰਦਗੀ ਦੇ ਅੰਦਰ ਗਿਆਨ ਆ ਜਾਏ, ਜੇ ਮੈਂ ਗਿਆਨ ਦੀ ਸਹੀ ਵਰਤੋਂ ਕਰਾਂ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ? ਸਸ ਵਿਗਾਸ ਸੰਪਟ ਨਹੀਂ ਆਵਾ। ਸਸ ਦਾ ਮਤਲਬ ਚੰਦਰਮਾ, ਵਿਗਾਸ ਦਾ ਮਤਲਬ ਚਾਨਣ। ਸਸ ਵਿਗਾਸ ਦਾ ਮਤਲਬ ਚੰਦਰਮਾ ਦੀ ਜੋ ਚਾਨਣੀ ਹੈ। ਸੰਪਟ ਦਾ ਮਤਲਬ ਹੁੰਦਾ ਢੱਕਣ ਦੇ ਨਾਲ ਢੱਕਿਆ ਹੋਇਆ ਡੱਬਾ। ਸੰਪਟ ਨਹੀਂ ਆਵਾ ਦਾ ਮਤਲਬ ਕਿ ਢੱਕਿਆ ਹੋਇਆ ਡੱਬਾ ਨਹੀਂ ਰਹੇਗਾ, ਮੀਟਿਆ ਹੋਇਆ ਨਹੀਂ ਰਹੇਗਾ। ਇੱਥੇ ਸੱਸ ਕਹਿ ਰਹੇ ਨੇ ਮਾਇਆ ਰੂਪੀ ਚੰਦਰਮਾ ਨੂੰ। ਤਾਂ ਮਾਇਆ ਰੂਪ ਚੰਦਰਮਾ ਦੀ ਚਾਨਣੀ ਦੇ ਨਾਲ ਉਹ ਜਿਹੜਾ ਖਿੜਿਆ ਹੋਇਆ ਹਿਰਦਾ ਫੁੱਲ ਸੀ ਨਾ, ਉਹ ਮੀਟਿਆ ਨਹੀਂ ਜਾਂਦਾ। ਇਹ ਚੀਜ਼ ਨੂੰ ਫਿਰ ਦੁਬਾਰਾ ਸਮਝ ਲਿਓ ਕਿ ਜਦੋਂ ਗਿਆਨ ਰੂਪ ਸੂਰਜ ਦੀ ਕਿਰਨ ਜੇ ਮੇਰੇ ਦਿਮਾਗ ਵਿੱਚ, ਮਨ ਵਿੱਚ ਟਿਕ ਜਾਏ, ਤਾਂ ਜੋ ਚੰਦਰਮਾ ਹੈ ਨਾ, ਚੰਦਰਮਾ ਦਾ ਮਤਲਬ ਮਾਇਆ, ਤੇ ਮਾਇਆ ਦੇ ਨਾਲ ਇਹ ਖਿੜਿਆ ਹੋਇਆ ਮਨ ਬੰਦ ਹੋਇਆ ਰਹਿੰਦਾ ਨਾ, ਤਾਂ ਗੁਰੂ ਜੀ ਕਹਿੰਦੇ ਨੇ ਫਿਰ ਇਹ ਮਾਇਆ ਦੇ ਪ੍ਰਭਾਵ ਦੇ ਨਾਲ ਖਿੜਿਆ ਹੋਇਆ ਮਨ ਬੰਦ ਨਹੀਂ ਹੋਏਗਾ, ਖੇੜਾ ਖਤਮ ਨਹੀਂ ਹੋਏਗਾ, ਫਿਰ ਮਾਇਆ ਦਾ ਪ੍ਰਭਾਵ ਨਹੀਂ ਪਏਗਾ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਹੋਰ ਸਮਝਣਾ। ਜਦੋਂ ਕਮਲ ਦਾ ਫੁੱਲ ਹੈ ਨਾ ਪਾਣੀ ਵਿੱਚ, ਤੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਕਮਲ ਦਾ ਫੁੱਲ ਖਿੜ ਪੈਂਦਾ ਹੈ। ਸੂਰਜ ਦੇ ਚਾਨਣੇ ਨਾਲ ਕਮਲ ਦਾ ਫੁੱਲ ਖਿੜਦਾ ਹੈ। ਪਰ ਜਦੋਂ ਸ਼ਾਮ ਪੈਂਦੀ ਹੈ, ਰਾਤ ਪੈਂਦੀ ਹੈ, ਚੰਦਰਮਾ ਦੀ ਚਾਨਣੀ ਹੋਣ ਦਾ ਟਾਈਮ ਹੁੰਦਾ, ਰਾਤ ਪੈਂਦੀ, ਤੇ ਉਹ ਖਿੜਿਆ ਹੋਇਆ ਕਮਲ ਜਿਹੜਾ ਨਾ ਰਾਤ ਨੂੰ ਬੰਦ ਹੋ ਜਾਂਦਾ। ਹੁਣ ਉਹ ਚੀਜ਼ ਦੀ ਮਿਸਾਲ ਲੈ ਰਹੇ ਨੇ ਇੱਥੇ। ਸੂਰਜ ਕਹਿ ਰਹੇ ਨੇ ਗਿਆਨ ਨੂੰ, ਤੇ ਚੰਦਰਮਾ ਕਹਿ ਰਹੇ ਨੇ ਮਾਇਆ ਨੂੰ। ਕਿ ਜੇ ਗੁਰੂ ਗਿਆਨ ਦੀ ਕਿਰਨ ਮਨ ਅੰਦਰ ਟਿਕ ਜਾਏ, ਤਾਂ ਫਿਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਜਿਹੜਾ ਗੁਰੂ ਦੇ ਗਿਆਨ ਨਾਲ ਅੰਦਰ ਖੇੜਾ ਆਉਣਾ ਹੈ, ਚੜ੍ਹਦੀ ਕਲਾ ਪੈਦਾ ਹੋਣੀ ਹੈ, ਆਨੰਦ ਵਿਗਾਸ ਪੈਦਾ ਹੋਣਾ ਹੈ, ਫਿਰ ਮੁੜ ਕੇ ਉਹ ਡੱਬਾ ਬੰਦ ਨਹੀਂ ਹੋਏਗਾ। ਕਮਲ ਦਾ ਫੁੱਲ ਜਿਹੜਾ ਖਿੜ ਗਿਆ ਹੈ ਨਾ, ਉਹ ਮੁੜ ਕੇ ਬੰਦ ਨਹੀਂ ਹੋਏਗਾ। ਮੀਨਸ ਕਿ ਖੇੜਾ ਕਦੇ ਖਤਮ ਨਹੀਂ ਹੋਏਗਾ। ਫਿਰ ਚਿੰਤਾ ਪਰੇਸ਼ਾਨੀਆਂ ਮਨ ਵਿੱਚ ਆਉਣਗੀਆਂ ਨਹੀਂ, ਯਾਨੀ ਮਾਇਆ ਦਾ ਪ੍ਰਭਾਵ ਜਿਹੜਾ ਹੈ ਫਿਰ ਮਨ ਦੇ ਉੱਤੇ ਕਦੇ ਵੀ ਨਹੀਂ ਪੈਂਦਾ। ਤਾਂ ਇੱਥੋਂ ਸਾਨੂੰ ਜ਼ਿੰਦਗੀ ਜੀਣ ਲਈ ਕੀ ਚੀਜ਼ ਮਿਲੀ? ਕਿ ਜੇ ਅਸੀਂ ਗੁਰੂ ਗਿਆਨ ਦੀ ਵਰਤੋਂ ਕਰਦੇ ਹਾਂ ਸਹੀ, ਤਾਂ ਇੱਕ ਤਾਂ ਅਸੀਂ ਖੇੜੇ ਦੇ ਅੰਦਰ ਰਹਿ ਸਕਦੇ ਹਾਂ, ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ, ਔਰ ਸਾਡੀ ਜ਼ਿੰਦਗੀ ਦੇ ਅੰਦਰ ਸदैਵੀ ਖੇੜਾ ਔਰ ਸदैਵੀ ਖੁਸ਼ੀਆਂ ਆ ਸਕਦੀਆਂ ਨੇ। ਤੇ ਫਿਰ ਉਹਨਾਂ ਖੁਸ਼ੀਆਂ ਨੂੰ ਕੋਈ ਮਿਟਾਉਣ ਵਾਲਾ ਨਹੀਂ ਹੋਏਗਾ। ਉਹ ਖੁਸ਼ੀਆਂ ਸदैਵੀ ਹੋਣਗੀਆਂ ਜੇ ਗੁਰੂ ਗਿਆਨ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਟਿਕਾ ਲਿਆ ਜਾਏ, ਜੇ ਗਿਆਨ ਦੀ ਸਹੀ ਵਰਤੋਂ ਕੀਤੀ ਜਾਏ। ਅਰ ਜੇ ਤਹਾਂ ਕੁਸਮ ਰਸ ਪਾਵਾ। ਹੁਣ ਜਿਵੇਂ ਭੰਵਰਾ ਫੁੱਲ ਦੇ ਵਿੱਚ ਬਹਿੰਦਾ ਹੈ, ਤੇ ਫੁੱਲ ਦੇ ਅੰਦਰ ਬਹਿ ਕੇ ਉਥੋਂ ਰਸ ਮਾਣਦਾ, ਉਥੋਂ ਰਸ ਮਾਣਦਾ, ਤੇ ਹੁੰਦਾ ਕੀ ਹੈ ਕਿ ਜਦੋਂ ਰਾਤ ਪੈਂਦੀ ਹੈ, ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ, ਭੰਵਰਾ ਰਸ ਕਰਕੇ ਉੱਡਦਾ ਨਹੀਂ। ਭੰਵਰੇ ਦੀ ਬੇਸ਼ੱਕ ਉਸ ਫੁੱਲ ਦੇ ਅੰਦਰ ਹੀ ਮੌਤ ਹੋ ਜਾਂਦੀ। ਭੌਰਾ ਜਿਹੜਾ ਕਮਲ ਦੇ ਫੁੱਲ ਚੋਂ ਰਸ ਲੈਂਦਾ। ਤੇ ਗੁਰੂ ਜੀ ਵੀ ਸਾਨੂੰ ਕਹਿੰਦੇ ਨੇ ਅਰ ਜੇ ਤਹਾਂ ਕੁਸਮ ਰਸ ਪਾਵਾ। ਕੁਸਮ ਦਾ ਮਤਲਬ ਫੁੱਲ, ਖੇੜਾ। ਅਰ ਦਾ ਮਤਲਬ ਅਤੇ, ਤਹਾਂ ਦਾ ਮਤਲਬ ਉੱਥੇ ਖੇੜੇ ਦੀ ਹਾਲਾਤ ਵਿੱਚ, ਜਿੱਥੇ ਹਿਰਦਾ ਕਮਲ ਖਿੜ ਜਾਂਦਾ ਹੈ, ਜਿੱਥੇ ਗੁਰੂ ਗਿਆਨ ਰਾਹੀਂ ਵਿਗਾਸਤਾ ਆ ਜਾਂਦੀ ਹੈ। ਕੁਸਮ ਰਸ ਦਾ ਮਤਲਬ ਖਿੜੇ ਹੋਏ ਫੁੱਲ ਦਾ ਰਸ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਕਦੇ ਮੈਂ ਉਸ ਖਿੜਾਓ ਦੀ ਹਾਲਤ ਵਿੱਚ ਪਹੁੰਚ ਕੇ ਉਸ ਖਿੜੇ ਹੋਏ ਹਿਰਦੇ ਰੂਪ ਕੌਲ ਫੁੱਲ ਦਾ ਆਨੰਦ ਵੀ ਮਾਣ ਲਵਾਂ, ਆਨੰਦ ਮਾਣ ਸਕਾਂ। ਅਰ ਜੇ ਤਹਾਂ ਕੁਸਮ ਰਸ ਪਾਵਾ। ਅਕਹਿ, ਇੱਥੇ ਥੋੜਾ ਜਿਹਾ ਰੁਕਣਾ ਹੈ। ਅਕਹਿ
ਕਹਾ ਕਹਿ ਕਾ ਸਮਝਾਵਾ। ਅਕਹਿ ਦਾ ਮਤਲਬ ਬਿਆਨ ਤੋਂ ਪਰੇ, ਜਿਹਨੂੰ ਕਿਹਾ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਕਹਿ ਕਹਾ ਦਾ ਮਤਲਬ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਅਕਹਿ ਕਹਾ ਦਾ ਮਤਲਬ ਕਿ ਜਿਹੜਾ ਕਹਿਣ ਤੋਂ ਪਰੇ ਹੈ। ਕਹਿ ਦਾ ਮਤਲਬ ਕਹਿ ਕੇ, ਕਾ ਦਾ ਮਤਲਬ ਕੀ, ਤਾਂ ਉਹਦਾ ਬਿਆਨ ਕਥਨ ਤੋਂ ਪਰੇ ਹੈ। ਉਹਨੂੰ ਮੈਂ ਆਖ ਕੇ ਸਮਝਾਵਾਂ ਕਿ ਕਿਹਨੂੰ ਸਮਝਾਵਾਂ, ਕਿਵੇਂ ਸਮਝਾਵਾਂ, ਕੀ ਕਹਾਂ, ਕੀ ਕਹਿ ਕੇ ਬਿਆਨ ਕਰਾਂ। ਯਾਨੀ ਜੋ ਗਿਆਨ ਦੀ ਅਵਸਥਾ ਦੇ ਅੰਦਰ ਖੇੜਾ ਹੈ, ਜਿਹੜਾ ਇਨਸਾਨ ਉਸ ਖੇੜੇ ਦਾ ਆਨੰਦ ਮਾਣੇਗਾ, ਤੇ ਜੇ ਉਹ ਖੇੜੇ ਦੇ ਆਨੰਦ ਨੂੰ, ਉਸ ਤਜਰਬੇ ਨੂੰ ਬਿਆਨ ਕਰਨਾ ਚਾਹੇ ਅੱਖਰਾਂ ਰਾਹੀਂ, ਤਾਂ ਉਹ ਅੱਖਰਾਂ ਰਾਹੀਂ ਬਿਆਨ ਨਹੀਂ ਕਰ ਪਾਏਗਾ, ਪੂਰਨ ਤੌਰ ਤੇ ਬਿਆਨ ਨਹੀਂ ਕਰ ਪਾਏਗਾ, ਕਿਉਂਕਿ ਉਹ ਇੰਨਾ ਆਨੰਦ ਹੈ, ਇੰਨੀ ਖੁਸ਼ੀ ਹੈ ਕਿ ਉਹਦੇ ਵਾਸਤੇ ਲਫ਼ਜ਼ ਖਤਮ ਹੋ ਜਾਣਗੇ। ਲਫ਼ਜ਼ਾਂ ਰਾਹੀਂ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਯਾਨੀ ਉਹ ਅਨੰਤ ਆਨੰਦ ਹੈ, ਇੰਨਾ ਆਨੰਦ ਕਿ ਤੁਹਾਡੇ ਅੱਖਰ ਖਤਮ ਹੋ ਜਾਣਗੇ ਕਹਿ ਕਹਿ ਕੇ, ਲੇਕਿਨ ਤੁਸੀਂ ਉਹਨੂੰ ਬਿਆਨ ਨਹੀਂ ਕਰ ਪਾਓਗੇ। ਤਾਂ ਇੱਥੇ ਗੱਲ ਇਹ ਕਹੀ ਜਾ ਰਹੀ ਹੈ ਕਿ ਉਹ ਜੋ ਆਨੰਦ ਹੈ, ਉਸ ਆਨੰਦ ਨੂੰ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਆਨੰਦ ਨੂੰ ਮਾਣਿਆ ਜਾ ਸਕਦਾ ਹੈ। ਤੇ ਜੇ ਕੋਈ ਉਸ ਗਿਆਨ ਨੂੰ ਕਹਿਣ ਦਾ ਯਤਨ ਵੀ ਕਰੇ, ਜੇ ਕੋਈ ਉਸ ਗਿਆਨ ਨੂੰ ਕਹਿਣ ਦਾ ਯਤਨ ਵੀ ਕਰੇ ਤੇ ਅਸੀਂ ਉਸ ਨੂੰ ਸੁਣ ਵੀ ਲਈਏ, ਤਾਂ ਵੀ ਉਹਦੇ ਨਾਲ ਸਾਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈ। ਅਸੀਂ ਉਹਨੂੰ ਸੁਣ ਕੇ ਨਹੀਂ ਮਾਣ ਪਾਵਾਂਗੇ। ਸਾਨੂੰ ਆਪ ਉੱਥੇ ਜਾਣਾ ਪਵੇਗਾ, ਸਾਨੂੰ ਆਪ ਉਹ ਕਰਮ ਕਰਨੇ ਪੈਣਗੇ। ਆਨੰਦ ਮਾਣਨ ਵਾਸਤੇ ਸਾਨੂੰ ਖੁਦ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਕਹਿ ਕੇ ਅਸੀਂ ਬਿਆਨ ਨਹੀਂ ਕਰ ਪਾਵਾਂਗੇ। ਅਕਹਿ ਆਨੰਦ ਹੈ। ਤਾਂ ਇਹਦਾ ਮਤਲਬ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਅਕਹਿ ਆਨੰਦ ਮਾਣ ਸਕਦਾ ਹੈ, ਜੇਕਰ ਉਹ ਗੁਰੂ ਗਿਆਨ ਰਾਹੀਂ ਜ਼ਿੰਦਗੀ ਜੀਵੇ, ਜੇ ਉਹ ਗਿਆਨ ਦੀ ਵਰਤੋਂ ਸਹੀ ਕਰੇ, ਜੇ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲਵੇ। ਅਗਲਾ ਬਚਨ ਭਗਤ ਕਬੀਰ ਜੀ ਕਰਦੇ ਨੇ, ਖੱਖਾ ਇਹ ਖੋੜ ਮਨ ਆਵਾ। ਖੱਖਾ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਖੱਖਾ ਇਹ ਖੋੜ ਮਨ ਆਵਾ। ਇਹ ਮਨ ਦਾ ਮਤਲਬ ਇਹ ਮਨ ਜਿਹਨੂੰ ਗਿਆਨ ਹੋ ਗਿਆ ਹੈ, ਜਿਹਨੂੰ ਗਿਆਨ ਦੀ ਕਿਰਨ ਪ੍ਰਾਪਤ ਹੋ ਚੁੱਕੀ ਹੈ। ਖੋੜ ਦਾ ਮਤਲਬ ਅੰਤਰ ਆਤਮਾ ਰੂਪ ਖੋੜ, ਸਵੈ ਸਰੂਪ ਪ੍ਰਭੂ ਚਰਨਾਂ ਵਿੱਚ। ਖੋੜ ਦਾ ਮਤਲਬ ਹੁੰਦਾ ਹੈ ਗੁਫਾ ਜਾਂ ਟੋਆ। ਜਿਵੇਂ ਅਸੀਂ ਕਹਿੰਦੇ ਨਾ ਤੇ ਖੋੜ ਪੈ ਗਈ ਹੈ, ਖੋੜ ਦਾ ਮਤਲਬ ਗੁਫਾ, ਖੋੜ ਦਾ ਮਤਲਬ ਜਿਹਨੂੰ ਅਸੀਂ ਟੋਆ ਕਹਿ ਦਿੰਦੇ ਆ। ਇੱਥੇ ਖੋੜ ਦਾ ਮਤਲਬ ਹੈ ਘਰ, ਆਪਣਾ ਘਰ, ਪ੍ਰਭੂ ਚਰਨ। ਖੱਖਾ ਇਹ ਖੋੜ ਮਨ ਆਵਾ। ਖੋੜ ਦਾ ਮਤਲਬ ਮਨ ਰੂਪ ਗੁਫਾ ਵਿੱਚ, ਆਪਣੇ ਹਿਰਦੇ ਘਰ ਦੇ ਅੰਦਰ, ਪ੍ਰਭੂ ਦੇ ਚਰਨਾਂ ਵਿੱਚ। ਤਾਂ ਜਦੋਂ ਇਹ ਮਨ, ਜਿਹਨੂੰ ਗਿਆਨ ਰੂਪ ਕਿਰਨ ਮਿਲ ਚੁੱਕੀ ਹੈ, ਸਵੈ ਸਰੂਪ ਦੀ ਖੋੜ ਵਿੱਚ ਆਉਂਦਾ ਹੈ, ਯਾਨੀ ਪ੍ਰਭੂ ਚਰਨਾਂ ਦੇ ਵਿੱਚ ਟਿਕਦਾ ਹੈ, ਆਪਣੇ ਮੂਲ ਨੂੰ ਪਛਾਣ ਲੈਂਦਾ ਹੈ, ਜਾਂ ਇੰਜ ਕਈ ਰੱਬ ਦੇ ਵਿੱਚ ਮਿਲ ਕੇ ਜੇ ਰੱਬ ਦਾ ਰੂਪ ਹੋ ਜਾਂਦਾ ਹੈ, ਤਾਂ ਫਿਰ ਹੁੰਦਾ ਕੀ ਇਹ ਖੋੜੇ ਛਾੜ ਨਾ ਦਹਿਦਿਸ ਧਾਵਾ। ਤਾਂ ਫਿਰ ਖੋੜੇ ਛਾੜ ਦਾ ਮਤਲਬ ਪ੍ਰਭੂ ਚਰਨਾਂ ਨੂੰ ਛੱਡ ਕੇ, ਉਸ ਆਨੰਦ ਨੂੰ ਛੱਡ ਕੇ ਦਸਾਂ ਦਿਸ਼ਾਵਾਂ ਵਿੱਚ ਨਹੀਂ ਧਾਉਂਦਾ। ਧਾਵਾ ਦਾ ਮਤਲਬ ਦੌੜਦਾ। ਫਿਰ ਇਹ ਦਸੀਂ ਪਾਸੀ ਮਨ ਨਹੀਂ ਦੌੜਦਾ, ਫਿਰ ਇਹ ਮਨ ਸਦਾ ਵਾਸਤੇ ਉੱਥੇ ਟਿਕ ਜਾਂਦਾ ਹੈ, ਕਿਉਂਕਿ ਇਹਨੂੰ ਆਨੰਦ ਮਿਲ ਜਾਂਦਾ ਹੈ, ਇਹਨੂੰ ਖੁਸ਼ੀ ਮਿਲ ਜਾਂਦੀ ਹੈ, ਜੀਵਨ ਦੀ ਮੰਜ਼ਿਲ ਮਿਲ ਜਾਂਦੀ ਹੈ, ਜੀਵਨ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਔਰ ਇੰਨੀ ਖੁਸ਼ੀ ਵਾਲੀ ਉਹ ਸਟੇਜ ਜਾਂ ਅਵਸਥਾ ਹੈ, ਫਿਰ ਉਹਨੂੰ ਛੱਡ ਕੇ ਮਨ ਜਿਹੜਾ ਹੈ ਦਸੀਂ ਪਾਸੀ ਨਹੀਂ ਦੌੜਦਾ। ਆਮ ਜੋ ਮਨੁੱਖ ਹੈ, ਉਸ ਦਾ ਮਨ ਵਿਸ਼ੇ ਵਿਕਾਰਾਂ ਵੱਲ ਦੌੜਦਾ ਰਹਿੰਦਾ ਹੈ। ਕਦੇ ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ, ਕਦੇ ਉਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ, ਕਦੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਦੌੜਦਾ ਹੈ, ਆਸਾ ਤ੍ਰਿਸ਼ਨਾ ਵੱਲ ਦੌੜਦਾ ਹੈ, ਈਰਖਾ ਨਿੰਦਾ ਵੱਲ ਦੌੜਦਾ ਹੈ। ਕਿੰਨੇ ਸਾਰੇ ਵਿਸ਼ੇ ਵਿਕਾਰ ਨੇ ਜਿੱਧਰ ਮਨ ਦੌੜਿਆ ਫਿਰਦਾ ਹੈ। ਸ਼ੁਭ ਗੁਣਾਂ ਦੇ ਵਿੱਚ ਕਦੇ ਮਨ ਟਿਕਦਾ ਹੀ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਦੇ ਨਹੀਂ ਟਿਕਦਾ, ਬਹੁ ਗਿਣਤੀ ਐਸੀ ਹੈ ਕਿ ਜਿਨ੍ਹਾਂ ਦਾ ਮਨ ਟਿਕਦਾ ਹੀ ਨਹੀਂ, ਸੱਚ ਦੇ ਵਿੱਚ ਟਿਕਦਾ ਹੀ ਨਹੀਂ। ਔਰ ਨਾ ਟਿਕਣ ਦਾ ਇੱਕ ਕਾਰਨ ਇਹ ਵੀ ਹੈ, ਜੋ ਅਸੀਂ ਆਮ ਰੋਜ਼ ਵਿਚਾਰ ਰਹੇ ਹਾਂ, ਕਿ ਬੰਦੇ ਦਾ ਕੋਈ ਏਮ ਹੀ ਨਹੀਂ ਹੈ, ਬੰਦੇ ਦਾ ਕੋਈ ਗੋਲ ਹੀ ਨਹੀਂ ਹੈ,
कि मेरी सोच कैसी होवे, मेरी बोल बाणी कैसी होवे, मेरा बिहेवियर कैसा होवे, खुशी ਜਾਂ ਆਨੰਦ ਕੀ ਹੈ, ਗੋਲ ਹੀ ਨਹੀਂ ਹੈ। ਇਸ ਕਰਕੇ ਮਨ ਵਿਸ਼ੇ ਵਿਕਾਰਾਂ ਵੱਲ ਦੌੜਦਾ ਰਹਿੰਦਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਗੁਰੂ ਦੇ ਗਿਆਨ ਰਾਹੀਂ ਮਨ ਦੇ ਅੰਦਰ ਖੇੜਾ ਪੈਦਾ ਹੁੰਦਾ ਹੈ, ਉਸ ਖੇੜੇ ਦੀ ਜਦੋਂ ਕੋਈ ਆਨੰਦ ਨੂੰ ਮਾਣਦਾ ਹੈ ਔਰ ਇਹ ਮਨ ਪ੍ਰਭੂ ਚਰਨਾਂ ਵਿੱਚ ਜਦੋਂ ਟਿਕ ਜਾਂਦਾ ਹੈ, ਤਾਂ ਫਿਰ ਇਹ ਮਨ ਛੱਡ ਕੇ ਉਸ ਸੋਚ ਨੂੰ ਕਦੇ ਵੀ ਦਸਾਂ ਪਾਸੇ ਨਹੀਂ ਦੌੜਦਾ, ਯਾਨੀ ਫਿਰ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ, ਮਨ ਨੂੰ ਟਿਕਾਵ ਮਿਲ ਜਾਂਦਾ ਹੈ, ਮਨ ਦੇ ਅੰਦਰ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਬਣ ਜਾਂਦੀ ਹੈ। ਖਸਮਹਿ ਜਾਣ ਖਿਮਾ ਕਰ ਰਹਿ। ਖਸਮਹਿ ਦਾ ਮਤਲਬ ਪ੍ਰਭੂ ਨੂੰ, ਜਾਣ ਦਾ ਮਤਲਬ ਜਾਣ ਕੇ, ਖਿਮਾ ਕਰ, ਖਿਮਾ ਦਾ ਮਤਲਬ ਮੁਆਫੀ ਜਿਹੜੀ ਹੈ, ਖਿਮਾ क्षमा करना, ਤੇ ਆਕਰ ਦਾ ਮਤਲਬ ਹੁੰਦਾ ਹੈ ਖਾਨ। ਖਿਮਾਕਰ ਦਾ ਮਤਲਬ ਦਇਆ ਦੀ ਖਾਨ, ਜੋ ਬਖਸ਼ਿਸ਼ ਕਰਨ ਵਾਲਾ ਪ੍ਰਭੂ ਹੈ। ਖਿਮਾ ਦਾ ਸੋਮਾ ਪ੍ਰਭੂ, ਰਹਿ ਦਾ ਮਤਲਬ ਟਿਕਿਆ ਰਹਿ। ਤਾਂ ਖਸਮ ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਦੇ ਅੰਦਰ ਟਿਕਿਆ ਰਹਿੰਦਾ ਹੈ। ਫਿਰ ਜਦੋਂ ਅੰਦਰ ਖੇੜਾ ਆ ਗਿਆ, ਗਿਆਨ ਦੀ ਦਾਤ ਮਿਲ ਗਈ, ਕਾਮਨ ਸੈਂਸ ਮਿਲ ਗਈ, ਅੰਦਰਲੇ ਗਿਆਨ ਰਾਹੀਂ ਸ਼ੁਭ ਗੁਣਾਂ ਦੇ ਨਾਲ ਜੁੜ ਕੇ ਬੰਦੇ ਨੇ ਆਨੰਦ ਮਾਣ ਲਿਆ, ਇਹਦੇ ਮਨ ਦੇ ਅੰਦਰ ਜਿਹੜਾ ਹੈ ਆਨੰਦ ਬਣ ਗਿਆ, ਟਿਕਾਵ ਆ ਗਿਆ, ਰੱਬ ਨੂੰ ਜਾਣ ਲਿਆ, ਚਾਰ ਚੁਫੇਰੇ ਵਾਸਤੇ ਨੂੰ ਵੀ ਔਰ ਆਪਣੇ ਅੰਦਰ ਵਾਸਤੇ ਨੂੰ ਵੀ। ਖਿਮਾਕਰ ਦਾ ਮਤਲਬ ਖਿਮਾ ਦਾ ਸੋਮਾ ਜੋ ਪ੍ਰਭੂ ਹੈ ਉਹਦੇ ਅੰਦਰ ਫਿਰ ਟਿਕਿਆ ਰਹੇ, ਉਹਦੇ ਅੰਦਰ ਟਿਕ ਜਾਂਦਾ ਹੈ। ਤੇ ਯਾਦ ਰੱਖਣਾ, ਖਿਮਾ ਦਾ ਜਿਹੜਾ ਗੁਣ ਹੈ ਰੱਬ ਦਾ ਗੁਣ ਹੈ, ਬੜਾ ਵੱਡਾ ਗੁਣ ਹੈ। ਔਰ ਖਿਮਾ ਦੇ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ। ਔਰ ਇਹ ਗੁਣ ਹਰ ਇੱਕ ਦੇ ਅੰਦਰ ਸਾਡੇ ਵਿੱਚ ਹੋਣਾ ਚਾਹੀਦਾ ਹੈ, ਸਹਿਨਸ਼ੀਲਤਾ ਵੀ ਔਰ ਖਿਮਾ ਵੀ। ਜੇ ਕਿਸੇ ਤੋਂ ਕੋਈ ਗਲਤੀ ਭੁੱਲ ਹੋ ਗਈ ਹੈ ਤਾਂ ਸਾਨੂੰ ਗਲਤੀ ਦੀ ਭੁੱਲ ਆਪਣੀ ਦੀ ਮੰਨ ਲੈਣੀ ਚਾਹੀਦੀ ਹੈ, ਆਪਣੀ ਭੁੱਲ ਮੰਨ ਲੈਣੀ ਚਾਹੀਦੀ ਹੈ ਔਰ ਨਿਰਾ ਮੰਨਣੀ ਨਹੀਂ ਚਾਹੀਦੀ, ਦਿਲੋਂ ਦਿਲੀ ਤੌਰ ਤੇ ਇਮਾਨਦਾਰੀ ਦੇ ਨਾਲ ਆਪਣੀ ਗਲਤੀ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਕਿ ਵੀਰ ਭੈਣ ਜਾਂ ਪੁੱਤਰ ਜਾਂ ਜੋ ਵੀ ਜਿਹਦੇ ਨਾਲ ਵੀ ਕੁਝ ਗਲਤ ਕੀਤਾ ਹੈ, ਦਿਲੋਂ ਮੁਆਫੀ ਮੰਗ ਲੈ ਬੰਦਾ ਕਿ ਮੈਨੂੰ ਮੁਆਫ ਕਰ। ਤੇ ਜੇ ਗਲਤੀ ਕਿਸੇ ਤੋਂ ਹੋਈ ਹੈ, ਕੋਈ ਮੁਆਫੀ ਮੰਗ ਰਿਹਾ ਹੈ, ਤਾਂ ਦੂਜੇ ਨੂੰ ਵੀ ਚਾਹੀਦਾ ਹੈ ਕਿ ਉਹਨੂੰ ਦਿਲੋਂ ਮੁਆਫ ਕਰ ਦੇਵੇ। ਜੇ ਦਿਲੋਂ ਮੁਆਫੀ ਮੰਗ ਲਈ ਜਾਏ ਔਰ ਦੁਬਾਰਾ ਉਹ ਗਲਤੀ ਨਾ ਕੀਤੀ ਜਾਏ, ਤੇ ਜੇ ਦਿਲੋਂ ਮੁਆਫੀ ਦੇ ਦਿੱਤੀ ਜਾਏ ਤਾਂ ਕਿੰਨੇ ਸਾਰੇ ਸਾਡੇ ਮਸਲੇ ਨੇ ਉਹ ਹੱਲ ਹੋ ਸਕਦੇ ਨੇ, ਚਾਹੇ ਪਤੀ ਪਤਨੀ ਦੇ ਮਸਲੇ ਨੇ, ਭਰਾਵਾਂ ਦੇ ਨੇ, ਰਿਸ਼ਤੇਦਾਰਾਂ ਦੇ ਨੇ ਜਾਂ ਸਮਾਜ ਆਦਿਕ ਦੇ ਨੇ। ਤਾਂ ਖਿਮਾ ਦਾ ਖਜ਼ਾਨਾ ਜਿਹੜਾ ਪ੍ਰਭੂ ਹੈ ਉਹਦੇ ਅੰਦਰ ਟਿਕਿਆ ਰਹੇ, ਤੇ ਜਿਹੜਾ ਖਿਮਾ ਦੇ ਖਜ਼ਾਨੇ ਪ੍ਰਭੂ ਦੇ ਅੰਦਰ ਟਿਕ ਜਾਏਗਾ ਨਾ, ਉਹਦੇ ਅੰਦਰ ਵੀ ਇਹ ਗੁਣ ਜਿਹੜੇ ਨੇ ਉਹ ਆ ਜਾਣੇ ਸੁਭਾਵਿਕ ਨੇ। ਤਾਂ ਹੋਏ ਨਿਖਿਓ ਅਖੈ ਪਦ ਲਹਿ। ਨਿਖਿਓ ਦਾ ਮਤਲਬ ਨੀ ਪਲਸ ਖਿਓ, ਖਿਓ ਦਾ ਮਤਲਬ ਹੁੰਦਾ ਹੈ ਖੈ, ਨਾਸ ਹੋਣਾ। ਅਖੈ ਦਾ ਮਤਲਬ ਨਾਸ ਤੋਂ ਰਹਿਤ, ਖੈ ਦਾ ਮਤਲਬ ਨਾਸ ਹੋਣਾ ਤੇ ਅਖੈ ਦਾ ਮਤਲਬ ਨਾਸ਼ ਤੋਂ ਰਹਿਤ। ਨਿਖਿਓ ਦਾ ਮੀਨਿੰਗ ਵੀ ਨਾਸ਼ ਰਹਿਤ ਹੈ ਔਰ ਅਖੈ ਦਾ ਮੀਨਿੰਗ ਵੀ ਨਾਸ਼ ਰਹਿਤ ਹੈ। ਪਦ ਦਾ ਮਤਲਬ ਪਦਵੀ, ਲਹਿ ਦਾ ਮਤਲਬ ਹਾਸਲ ਕਰ ਲੈਂਦਾ। ਤਦੋਂ ਅਵਿਨਾਸ਼ੀ ਪ੍ਰਭੂ ਨਾਲ ਇੱਕ ਰੂਪ ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ, ਜਿਸ ਪਦਵੀ ਦਾ ਕਦੇ ਨਾਸ਼ ਨਹੀਂ ਹੁੰਦਾ, ਜਿਸ ਪਦਵੀ ਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਦਰਜਾ ਮਨੁੱਖ ਪਾ ਲੈਂਦਾ ਹੈ, ਉਹ ਜ਼ਿੰਦਗੀ ਮਨੁੱਖ ਪਾ ਲੈਂਦਾ ਹੈ। ਤਾਂ ਇਹ ਚੀਜ਼ ਨੂੰ ਫਿਰ ਦੁਬਾਰਾ ਸਮਝ ਲਓ ਕਿ ਜਿਹੜਾ ਵੀ ਰੱਬੀ ਚਰਨਾਂ ਦੇ ਵਿੱਚ ਜੁੜ ਗਿਆ, ਗੁਰੂ ਗਿਆਨ ਰਾਹੀਂ ਜਿਸ ਨੂੰ ਚੰਗੇ ਸ਼ੁਭ ਗੁਣ ਮਿਲੇ, ਸ਼ੁਭ ਗੁਣਾਂ ਦਾ ਧਾਰਨੀ ਹੋਇਆ, ਹਿਰਦੇ ਦੇ ਅੰਦਰ ਖੇੜਾ ਆ ਗਿਆ, ਪ੍ਰਭੂ ਦੇ ਚਰਨਾਂ ਦੇ ਅੰਦਰ ਜਦੋਂ ਬੰਦਾ ਇਹ ਸਦਾ ਵਾਸਤੇ ਟਿਕ ਗਿਆ, ਇਹਦਾ ਮਨ ਦਸਾਂ ਪਾਸਾਂ ਦੌੜਨ ਤੋਂ ਰੁਕ ਗਿਆ, ਔਰ ਜਦੋਂ ਇਹ ਪ੍ਰਭੂ ਨੂੰ ਜਾਣ ਕੇ ਪ੍ਰਭੂ ਦੇ ਚਰਨਾਂ ਵਿੱਚ ਜੋ ਖਿਮਾ ਦਾ ਸੋਮਾ ਹੈ ਉਹਦੇ ਚਰਨਾਂ ਵਿੱਚ ਸਦਾ ਲਈ ਟਿਕ ਗਿਆ, ਤਾਂ ਹੋਏ ਨਿਖਿਓ ਅਖੈ ਪਦ ਲਹਿ। ਤਾਂ ਫਿਰ ਨਿਖਿਓ ਹੋਏ ਦਾ ਮਤਲਬ ਰੱਬ ਦੇ ਵਿੱਚ ਮਿਲ ਕੇ, ਰੱਬ ਦਾ ਰੂਪ ਹੋ ਕੇ ਉਹ ਦਰਜਾ ਹਾਸਲ ਕਰ ਲੈਂਦਾ ਜਿਸ ਦਰਜੇ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਫਿਰ ਇਹ ਆਤਮਿਕ ਜੀਵਨ ਪਾ ਲੈਂਦਾ।
ਔਰ ਐਸੀ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਫਿਰ ਆਤਮਿਕ ਮੌਤ ਨਹੀਂ ਹੁੰਦੀ, ਜਿੱਥੇ ਫਿਰ ਆਤਮਿਕ ਜੀਵਨ ਹੈ, ਜਿੱਥੇ ਫਿਰ ਗਿਰਾਵਟ ਦਾ ਕੋਈ ਰੀਜਨ ਨਹੀਂ ਹੈ, ਜੇ ਗਿਰਾਵਟ ਦਾ ਕੋਈ ਆਸ ਨਹੀਂ ਹੈ, ਮਤਲਬ ਹੀ ਨਹੀਂ ਕਿ ਬੰਦਾ ਇਸ ਉੱਚੇ ਆਚਰਨ ਤੋਂ ਫਿਰ ਗਿਰ ਜਾਏਗਾ। ਉਹਨੂੰ ਆਰਿਆਂ ਦੇ ਨਾਲ ਬੇਸ਼ੱਕ ਚੀਰ ਦੇਵੇ ਕੋਈ, ਉਹਨੂੰ ਦੇਗਾਂ ਵਿੱਚ ਬੇਸ਼ੱਕ ਉਬਾਲ ਦੇਵੇ, ਨੀਹਾਂ ਵਿੱਚ ਚਿਣ ਦੇਵੇ, ਲੇਕਿਨ ਉਸਨੂੰ ਆਚਰਨ ਤੋਂ ਨਹੀਂ ਗਿਰਾਇਆ ਜਾ ਸਕਦਾ। ਉਹਦੇ ਅੰਦਰ ਇਨਸਾਨੀਅਤ ਪੈਦਾ ਹੁੰਦੀ ਹੈ, ਜ਼ਮੀਰ ਪੈਦਾ ਹੁੰਦੀ ਹੈ, ਆਤਮਿਕ ਜੀਵਨ ਪੈਦਾ ਹੁੰਦਾ ਹੈ। ਉਹ ਇਨਸਾਨ ਰੱਬ ਵਰਗਾ ਹੀ ਹੋ ਜਾਂਦਾ ਹੈ ਔਰ ਉਸ ਪਦਵੀ ਨੂੰ ਪਾ ਲੈਂਦਾ ਹੈ ਜਿਸ ਪਦਵੀ ਦਾ ਕਦੇ ਵਿਨਾਸ਼ ਨਹੀਂ ਹੋਣਾ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਅੰਦਰ ਹੋਰ ਥਾਂ ਵੀ ਹਿਦਾਇਤ ਕੀਤੀ ਹੈ ਕਿ ਜੇ ਜ਼ਿੰਦਗੀ ਜੀਣੀ ਹੀ ਹੈ, ਜੇ ਪਦਵੀਆਂ ਪਾਣੀਆਂ ਹੀ ਨੇ, ਜੇ ਧਿਆਨ ਲਾਣਾ ਹੀ ਹੈ, ਤਾਂ ਫਿਰ ਐਸਾ ਲਾਓ ਕਿ ਬਾਰ-ਬਾਰ ਇਹ ਕੰਮ ਨਾ ਕਰਨੇ ਪੈਣ। ਸੋ ਪਦ ਰਵਹੁ ਜੇ ਬਹੁਰ ਨਾ ਰਵਣਾ। ਐਸੀ ਪਦਵੀ ਦਾ ਆਨੰਦ ਮਾਣੋ ਕਿ ਬਾਰ-ਬਾਰ ਪਦਵੀਆਂ ਦਾ ਝਾਂਸਾ ਹੀ ਮੁੱਕ ਜਾਏ ਕਿ ਮੈਨੂੰ ਪਦਵੀ ਹੈ ਚਾਹੀਦੀ, ਉਹ ਚਾਹੀਦੀ ਹੈ। ਐਸੀ ਪਦਵੀ ਜਿਸ ਪਦਵੀ ਤੇ ਪਹੁੰਚਣ ਤੋਂ ਬਾਅਦ ਹੋਰ ਪਦਵੀਆਂ ਦੀ ਲਾਲਸਾ ਹੀ ਮੁੱਕ ਜਾਏ ਔਰ ਤੁਸੀਂ ਮਹਾਨਤਾ ਨੂੰ ਪ੍ਰਾਪਤ ਹੋ ਜਾਓ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਰੋਜ਼-ਰੋਜ਼ ਕੀ ਸਮਾਧੀਆਂ ਲਾਉਂਦੇ ਫਿਰਦੇ ਹੋ, ਰੋਜ਼-ਰੋਜ਼ ਕੀ ਮੈਡੀਟੇਸ਼ਨ ਕਰ ਰਹੇ ਹੋ। ਐਸੇ ਸੱਚ ਦੇ ਅੰਦਰ ਧਿਆਨ ਨੂੰ ਟਿਕਾ ਲਓ, ਸਚਿਆਰਤਾ ਦੇ ਅੰਦਰ ਆਪਣੀ ਲਗਨ ਲਗਾ ਲਓ ਕਿ ਬਾਰ-ਬਾਰ ਤੁਹਾਨੂੰ ਧਿਆਨ ਧਰਨਾ ਹੀ ਨਾ ਪਏ। ਫਿਰ ਜਿੱਧਰ ਵੇਖੋਗੇ ਚਾਰ ਚੁਫੇਰੇ ਰੱਬ ਹੀ ਨਜ਼ਰੀ ਪਵੇਗਾ। ਐਸੇ ਮਰੋ ਜੇ ਬਹੁਰ ਨਾ ਮਰਨਾ। ਰੋਜ਼-ਰੋਜ਼ ਕੀ ਮਰਨਾ, ਜਦੋਂ ਮਰਨਾ ਹੈ ਤਾਂ ਇਸ ਤਰ੍ਹਾਂ ਮਰੋ ਕਿ ਬਾਰ-ਬਾਰ ਮਰਨਾ ਹੀ ਨਾ। ਆਪਣੀ ਈਗੋ ਨੂੰ ਖਤਮ ਕਰੋ, ਜਿਹੜਾ ਅੰਦਰ ਵਿਕਾਰਾਂ ਵਾਲਾ ਜੀਵਨ ਹੈ ਉਹਨੂੰ ਖਤਮ ਕਰੋ ਔਰ ਜੀਵਤ ਮ੍ਰਿਤਕ ਹੋਣ ਦਾ ਆਨੰਦ ਮਾਣੋ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਕਿੰਨਾ ਸੋਹਣਾ, ਸੌਖਾ ਔਰ ਸੁਖਾਲਾ ਰਾਸਤਾ ਦੱਸ ਰਹੇ ਨੇ ਕਿ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੇ ਨਾਲ ਸਾਡੇ ਜੀਵਨ ਵਿੱਚ ਖੇੜਾ ਆਉਂਦਾ ਹੈ ਔਰ ਪ੍ਰਭੂ ਦੇ ਗੁਣਾਂ ਦੇ ਨਾਲ ਪੱਕੇ ਤੌਰ ਤੇ ਜੁੜ ਜਾਣ ਦੇ ਨਾਲ ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ ਔਰ ਐਸੀ ਪਦਵੀ ਪਾ ਲੈਂਦਾ ਹੈ ਜਿਸ ਪਦਵੀ ਦਾ ਕਦੇ ਵਿਨਾਸ਼ ਨਹੀਂ, ਭਾਵ ਐਸਾ ਆਤਮਿਕ ਸੁਖ ਜਿਹਦਾ ਕਦੇ ਵਿਨਾਸ਼ ਹੋਣਾ ਹੀ ਨਹੀਂ ਹੁੰਦਾ। ਫਿਰ ਬੇਸ਼ੱਕ ਅਮੀਰੀ ਆਏ ਜਾਂ ਗਰੀਬੀ ਆਏ, ਫਿਰ ਹਰ ਸਿਚੁਏਸ਼ਨ ਦੇ ਅੰਦਰ ਬੰਦਾ ਆਨੰਦ ਵਿੱਚ ਵੀ ਰਹਿੰਦਾ ਹੈ, ਉੱਚੇ ਆਚਰਨ ਦਾ ਧਾਰਨੀ ਵੀ ਹੁੰਦਾ ਹੈ, ਉਹਦੇ ਅੰਦਰ ਕਦੇ ਵੀ ਗਿਰਾਵਟ ਦੀ ਉਮੀਦ ਨਹੀਂ ਰਹਿੰਦੀ। ਗੱਗਾ ਗੁਰ ਕੇ ਬਚਨ ਪਛਾਨਾ। ਪਛਾਨਾ ਦਾ ਮਤਲਬ ਪਛਾਣ ਲਿਆ, ਯਾਨੀ ਸਾਂਝ ਪਾ ਲਈ। ਗੱਗਾ ਅੱਖਰ ਤੇ ਥੋੜਾ ਜਿਹਾ ਰੁਕਣਾ ਹੈ। ਗੱਗਾ ਗੁਰ ਕੇ ਬਚਨ ਪਛਾਨਾ, ਕਿ ਜਿਸ ਮਨੁੱਖ ਨੇ ਸਤਿਗੁਰ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਨਾਲ ਸਾਂਝ ਪਾ ਲਈ, ਗੁਰੂ ਦੇ ਬਚਨਾਂ ਰਾਹੀਂ ਰੱਬ ਨੂੰ ਪਛਾਣ ਲਿਆ, ਰੱਬ ਵਿੱਚ ਸਾਂਝ ਪਾ ਲਈ, ਰੱਬੀ ਗੁਣਾਂ ਦੇ ਨਾਲ ਸਾਂਝ ਪਾ ਲਈ। ਹੁਣ ਦੇਖੋ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਰੋਜ਼ ਇਹ ਸਮਝਾ ਰਹੀ ਹੈ ਨਾ ਕਿ ਘਟ ਘਟ ਮੈਂ ਹਰ ਜੂ ਬਸੈ, ਜਾਂ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਗੁਰੂ ਜੀ ਸਾਨੂੰ ਹਰ ਰੋਜ਼ ਇਹ ਸੰਦੇਸ਼ ਦੇ ਰਹੇ ਨੇ ਨਾ, ਤੇ ਜਿਹੜਾ ਬੰਦਾ ਗੁਰੂ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਇਹਨਾਂ ਬਚਨਾਂ ਤੇ ਅਮਲ ਕਰ ਲਵੇ, ਸ਼ੁਭ ਗੁਣਾਂ ਦੇ ਨਾਲ ਸਾਂਝ ਪਾ ਲਏ ਔਰ ਐਸੀ ਜ਼ਿੰਦਗੀ ਜੀਣੀ ਸ਼ੁਰੂ ਕਰ ਦੇਵੇ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ, ਹਰ ਇੱਕ ਦੇ ਨਾਲ ਨਿਮਰਤਾ ਵਾਲਾ ਵਿਹਾਰ, ਹਰ ਇੱਕ ਦੇ ਨਾਲ ਸੱਚਾਈ ਵਾਲਾ ਵਿਹਾਰ। ਜੋ ਵੀ ਸਾਨੂੰ 6 ਗੱਲਾਂ ਜਿਹੜੀਆਂ ਅਸੀਂ ਗੁਰਬਾਣੀ ਰਾਹੀਂ ਕਰੀਬ ਹਰ ਰੋਜ਼ ਹੀ ਸਾਂਝੀਆਂ ਕਰਦੇ ਆ ਰਹੇ ਹਾਂ ਲੰਬੇ ਸਮੇਂ ਤੋਂ, ਜਿਹੜਾ ਬੰਦਾ ਇਹਨਾਂ 6 ਗੱਲਾਂ ਦੇ ਉੱਤੇ ਅਮਲ ਕਰ ਲੈ, ਪਛਾਣਾ ਦਾ ਮਤਲਬ ਸਾਂਝ ਪਾ ਲਵੇ। ਗੱਲ ਤਾਂ ਇੰਪਲੀਮੈਂਟ ਕਰਨ ਦੀ ਹੈ। ਜੇ ਇੰਪਲੀਮੈਂਟ ਨਹੀਂ ਕੀਤਾ ਫਿਰ ਕੁਝ ਨਹੀਂ ਹੋਣ ਵਾਲਾ ਹੈ, ਕਿਉਂਕਿ ਹਰ ਕੰਮ ਦੀਆਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ, ਉਹ ਰਿਕੁਆਇਰਮੈਂਟ ਤਾਂ ਪੂਰੀਆਂ ਕਰਨੀਆਂ ਹੀ ਪੈਣਗੀਆਂ ਨਾ। ਤਾਂ ਗੱਗਾ ਗੁਰ ਕੇ ਬਚਨ ਪਛਾਨਾ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨਾਲ ਸਾਂਝ ਪਾ ਲਈ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਰਾਹੀਂ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਲਈ, ਪ੍ਰਭੂ ਦੇ ਨਾਲ ਸਾਂਝ ਪਾ ਲਈ, ਤਾਂ ਫਿਰ ਉਹਦੀ ਨਿਸ਼ਾਨੀ ਕੀ ਹੈ? ਦੂਜੀ ਬਾਤ ਨਾ ਧਰਈ ਕਾਨਾ। ਨਾ ਧਰਈ ਕਾਨਾ ਦਾ ਮਤਲਬ ਕੰਨ ਨਹੀਂ ਧਰਦਾ, ਯਾਨੀ ਦੂਜੀ ਕੋਈ ਗੱਲ ਫਿਰ ਉਹ ਸੁਣਦਾ ਨਹੀਂ, ਯਾਨੀ ਦੂਜੀ ਕੋਈ ਗੱਲ ਉਹਨੂੰ ਖਿੱਚ ਨਹੀਂ ਪਾਉਂਦੀ। ਨਾ ਧਰਈ ਕਾਨਾ ਦਾ ਮਤਲਬ ਨਹੀਂ ਸੁਣਦਾ, ਦਾ ਮਤਲਬ ਉਹਨੂੰ ਕੋਈ ਦੂਜੀ ਗੱਲ ਫਿਰ ਖਿੱਚ ਨਹੀਂ ਪਾਉਂਦੀ। ਉਹਨੂੰ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੋਈ ਗੱਲ ਖਿੱਚ ਨਹੀਂ ਪਾਉਂਦੀ। ਬੇਸ਼ੱਕ ਉਹ
ਉਹਦੇ ਸਾਹਮਣੇ ਤੁਸੀਂ ਕਿਸੇ ਦੀ ਨਿੰਦਾ ਕਰੀ ਜਾਓ, ਚੁਗਲੀ ਕਰੀ ਜਾਓ, ਨੈਗੇਟਿਵ ਬੋਲੀ ਜਾਓ, ਉਹਨੂੰ ਇਹੋ ਜਿਹੀਆਂ ਗੱਲਾਂ ਖਿੱਚ ਨਹੀਂ ਪਾਣਗੀਆਂ, ਕਿਉਂਕਿ ਉਹ ਸੱਚ ਦੇ ਨਾਲ ਉਹਦੀ ਸਾਂਝ ਬਣੀ ਹੋਈ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਿਉਂਕਿ ਉਹਨੂੰ ਦੂਜੀ ਗੱਲ ਫਿਰ ਉਹ ਸੁਣਦਾ ਹੀ ਨਹੀਂ, ਕੰਨ ਨਹੀਂ ਧਰਦਾ, ਅਮਲ ਵਿੱਚ ਨਹੀਂ ਲਿਆਉਂਦਾ, ਦੂਜੀ ਗੱਲ ਉਹਨੂੰ ਖਿੱਚ ਨਹੀਂ ਪਾਉਂਦੀ। ਰੱਬ ਦਾ ਜਿਹੜਾ ਪਿਆਰਾ ਹੈ ਉਹ ਰੱਬੀ ਗੁਣ ਗਾਉਂਦਾ ਹੈ, ਰੱਬੀ ਗੁਣਾਂ ਦੀ ਗੱਲ ਕਰਦਾ ਹੈ। ਤੇ ਜੇ ਕੋਈ ਰੱਬ ਦੇ ਪਿਆਰੇ ਦੇ ਖਿਲਾਫ ਬੋਲਦਾ ਹੈ, ਉਹਦੀ ਬਦਖੋਈ ਕਰਦਾ ਹੈ, ਤਾਂ ਉਹ ਆਪਣੇ ਸੁਭਾਅ ਨੂੰ ਨਹੀਂ ਗਵਾਉਂਦਾ, ਉਹ ਆਪਣੇ ਸੁਭਾਅ ਨੂੰ ਨਹੀਂ ਛੱਡਦਾ। ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲੇ ਅਸੰਤ, ਮਲਿਆਗਰ ਭੁਯੰਗਮ ਬੈਠਿਓ, ਤਾਂ ਸ਼ੀਤਲਤਾ ਨਾ ਤਜੰਤ। ਜਿਹੜਾ ਰੱਬ ਦਾ ਪਿਆਰਾ ਹੈ ਉਹ ਆਪਣੀ ਸ਼ਾਂਤੀ ਨੂੰ, ਆਪਣੇ ਸ਼ੁਭ ਗੁਣਾਂ ਨੂੰ, ਸੁਭਾਅ ਨੂੰ ਨਹੀਂ ਗਵਾਉਂਦਾ, ਭਾਵੇਂ ਕਰੋੜਾਂ ਵੀ ਲੋਕ ਅਸ਼ਾਂਤ ਉਹਨੂੰ ਮਿਲ ਜਾਣ। ਜਿਵੇਂ ਸੱਪ ਚੰਦਨ ਦੇ ਪੇੜ ਨੂੰ ਆਣ ਕੇ ਲਿਪਟ ਜਾਣ, ਤਾਂ ਚੰਦਨ ਦੇ ਪੇੜ ਨੂੰ ਜੇ ਸੱਪ ਘੇਰਾ ਪਾ ਲੈਣ ਤਾਂ ਚੰਦਨ ਆਪਣੀ ਸ਼ਾਂਤੀ ਔਰ ਸੁਗੰਧ ਨਹੀਂ ਗਵਾਉਂਦਾ। ਜੇ ਗੁਲਾਬ ਦੇ ਅੰਦਰ ਪੇੜ ਤੇ ਬਹੁਤ ਸਾਰੇ ਕੰਡੇ ਨੇ ਤਾਂ ਗੁਲਾਬ ਦਾ ਫੁੱਲ ਆਪਣੀ ਕੋਮਲਤਾ ਨਹੀਂ ਗਵਾਉਂਦਾ। ਜੇ ਕਿਸੇ ਪਾਣੀ ਦੇ ਅੰਦਰ ਗੰਦਗੀ ਹੈ ਤਾਂ ਕਮਲ ਦਾ ਫੁੱਲ ਆਪਣੀ ਸੁੰਦਰਤਾ ਨੂੰ ਆਂਚ ਨਹੀਂ ਆਣ ਦਿੰਦਾ। ਇਸੇ ਤਰ੍ਹਾਂ ਬੇਸ਼ੱਕ ਚਾਰ ਚੁਫੇਰੇ ਉਹਦੇ ਬੰਦਾ ਖਿਲਾਫ ਵੀ ਬੋਲੇ ਜਾਂ ਕੁਝ ਵੀ ਹੋਵੇ, ਜੋ ਰੱਬ ਦਾ ਪਿਆਰਾ ਹੈ, ਜਿਨੇ ਗੁਰੂ ਦੇ ਬਚਨਾਂ ਤੇ ਅਮਲ ਕੀਤਾ ਹੈ, ਗੁਰੂ ਦੇ ਬਚਨਾਂ ਨਾਲ ਸਾਂਝ ਪਾ ਲਈ ਹੈ, ਉਹਨੂੰ ਦੂਜੀਆਂ ਗੱਲਾਂ ਫਿਰ ਖਿੱਚ ਨਹੀਂ ਪਾਉਂਦੀਆਂ। ਨਾ ਤਾਂ ਕਰਮ ਕਾਂਡ, ਵਰਤਨ, ਰਾਤੇ, ਸਰਾਧ ਆਦਿਕ ਇਹ ਖਿੱਚ ਨਹੀਂ ਪਾਉਂਦੇ, ਇਧਰ ਧਿਆਨ ਨਹੀਂ ਦਿੰਦਾ। ਦੂਜੇ ਨੰਬਰ ਤੇ ਈਰਖਾ, ਦਵੇਸ਼, ਵੈਰ, ਵਿਰੋਧ, ਕਾਮ, ਕ੍ਰੋਧ ਆਦਿਕ ਉਹਨੂੰ ਖਿੱਚ ਨਹੀਂ ਪਾਉਂਦੇ, ਉਹਨੂੰ ਸਿਰਫ ਰੱਬੀ ਗੁਣਾਂ ਦੀ ਖਿੱਚ ਹੁੰਦੀ ਹੈ। ਔਰ ਐਸੀ ਸੋਚ ਜੇ ਬੰਦਾ ਟਰਾਈ ਕਰੇ ਤਾਂ ਬਣਾਈ ਜਾ ਸਕਦੀ ਹੈ, ਕਿਉਂਕਿ ਗੋਲ ਹੈ ਨਾ, ਜੇ ਆਪਣਾ ਬੰਦਾ ਗੋਲ ਬਣਾ ਲਵੇ ਕਿ ਮੈਂ ਇਹਨਾਂ ਗੁਣਾਂ ਦੇ ਨਾਲ ਜੁੜਨਾ ਹੈ ਤਾਂ ਇਹ ਗੋਲ ਬਣ ਸਕਦਾ ਹੈ। ਤੇ ਉਹਦੇ ਲਈ ਥੋੜੀ ਜਿਹੀ ਪ੍ਰੈਕਟਿਸ ਦੀ ਲੋੜ ਹੈ। ਉਹਨੂੰ ਅਸੀਂ ਪ੍ਰੈਕਟਿਸ ਕਿਵੇਂ ਕਰ ਸਕਦੇ ਹਾਂ? ਥੋੜਾ ਥੋੜਾ ਕਰਕੇ। ਅੱਜ ਨਾ ਮੈਂ 1 ਘੰਟੇ ਵਾਸਤੇ ਆਪਣਾ ਗੋਲ ਬਣਾ ਲਵਾਂ ਪੂਰੇ ਧਿਆਨ ਨਾਲ, ਇਮਾਨਦਾਰੀ ਨਾਲ, ਕਿ 1 ਘੰਟੇ ਵਾਸਤੇ ਮੈਂ ਝੂਠ ਨਹੀਂ ਬੋਲਣਾ, ਗੁੱਸਾ ਨਹੀਂ ਕਰਨਾ। ਸਿਰਫ 1 ਘੰਟੇ ਵਾਸਤੇ ਮੈਂ ਨੈਗੇਟਿਵ ਨਹੀਂ ਸੋਚਣਾ, ਮੈਂ ਪੋਜ਼ਿਟਿਵ ਸੋਚਣਾ। ਔਰ ਪੂਰਾ ਧਿਆਨ ਦਿੱਤਾ ਜਾਏ। ਘੰਟਾ ਜੇ ਜ਼ਿਆਦਾ ਹੈ ਤਾਂ ਅੱਧਾ ਘੰਟਾ ਕਰ ਲਓ, 30 ਮਿੰਟ, 25 ਮਿੰਟ, 20 ਮਿੰਟ, ਕਿ ਅੱਜ ਮੈਂ 15 ਮਿੰਟ ਵਾਸਤੇ ਸਿਰਫ ਨੈਗੇਟਿਵ ਨਹੀਂ ਸੋਚਣਾ, ਪੋਜ਼ਿਟਿਵ ਸੋਚਣਾ। 1 ਹਫ਼ਤਾ ਪ੍ਰੈਕਟਿਸ ਕਰੋ 15 ਮਿੰਟ ਦੀ। ਹੁਣ ਇਹਦੇ ਨਾਲ ਕੀ ਹੋਏਗਾ? ਤੁਸੀਂ ਕਹੋਗੇ ਕੁਝ ਵੀ ਨਹੀਂ ਹੋਣਾ, ਔਰ ਹੋਣਾ ਕੁਝ ਵੀ ਨਹੀਂ, ਸਹੀ ਗੱਲ ਹੈ। ਲੇਕਿਨ ਤੁਹਾਡੇ ਸਾਹਮਣੇ ਇੱਕ ਚੈਲੰਜ ਹੋਏਗਾ ਕਿ ਮੈਂ ਇੱਕ ਚੈਲੰਜ ਨੂੰ ਪੂਰਾ ਕਰ ਲਿਆ, ਮੈਂ ਆਪਣੀ ਜਿੱਤ ਹਾਸਲ ਕੀਤੀ, ਕਿ ਜੋ ਮੈਂ ਕਿਹਾ ਸੀ ਉਹ ਮੈਂ ਆਪਣੇ ਬਚਨ ਨੂੰ ਪੂਰਾ ਕਰ ਲਿਆ। ਜਦੋਂ 15 ਮਿੰਟ ਦੀ ਪ੍ਰੈਕਟਿਸ ਹੋ ਜਾਏ ਤਾਂ ਫਿਰ ਉਸ ਤੋਂ ਬਾਅਦ ਅੱਧੇ ਘੰਟੇ ਦੀ ਪ੍ਰੈਕਟਿਸ ਕਰੋ, ਅਗਲੇ ਹਫਤੇ ਫਿਰ ਪੌਣੇ ਘੰਟੇ ਦੀ, ਅਗਲੇ 2 ਘੰਟੇ ਦੀ, 3 ਘੰਟੇ ਦੀ, 4 ਘੰਟੇ ਦੀ। ਤਾਂ ਜਦੋਂ ਇਸ ਤਰ੍ਹਾਂ ਪ੍ਰੈਕਟਿਸ ਕਰੋਗੇ ਤੇ ਮਹੀਨੇ 2 ਮਹੀਨੇ ਬਾਅਦ ਇੱਕ ਦਿਨ ਐਸਾ ਆਏਗਾ ਕਿ ਪੂਰਾ ਦਿਨ ਹੀ ਤੁਸੀਂ ਹੁਣ ਪੋਜ਼ਿਟਿਵ ਹੋ ਗਏ ਹੋ। ਹੁਣ ਤੁਹਾਡੀ ਪੋਜ਼ਿਟਿਵ ਹੋਣ ਦੀ ਆਦਤ ਬਣ ਗਈ ਹੈ। ਹੁਣ ਤੁਹਾਨੂੰ ਕੋਈ ਨੈਗੇਟਿਵ ਕਰੇ ਵੀ ਤੇ ਨਹੀਂ ਹੋਊਗਾ। ਇਸੇ ਨੂੰ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਜਾਂ ਬਾਰ ਪ੍ਰਭ ਜਪੀਏ। ਪੋਜ਼ਿਟਿਵਿਟੀ ਨੂੰ, ਸ਼ੁਭ ਗੁਣਾਂ ਨੂੰ, ਰੱਬੀ ਗੁਣਾਂ ਨੂੰ, ਗੁਰਮਤ ਦੀ ਗੱਲ ਨੂੰ ਜਦੋਂ ਬੰਦਾ ਦ੍ਰਿੜ ਕਰ ਲੈਂਦਾ ਨਾ, ਫਿਰ ਦੂਜੀ ਗੱਲ ਉਹਨੂੰ ਕੋਈ ਖਿੱਚ ਨਹੀਂ ਪਾਉਂਦੀ, ਫਿਰ ਨੈਗੇਟਿਵਿਟੀ, ਪਾਪ, ਅਪਰਾਧ ਖਿੱਚ ਨਹੀਂ ਪਾਣਗੇ। ਇਸੇ ਤਰ੍ਹਾਂ ਜੇ ਕ੍ਰੋਧ ਤੇ ਕੰਟਰੋਲ ਕਰਨਾ ਚਾਹੁੰਦਾ ਨਾ ਕੋਈ, ਤਾਂ ਉਹ ਪ੍ਰੈਕਟਿਸ ਕਰੇ ਕਿ ਅੱਜ ਮੈਂ 1 ਘੰਟਾ ਗੁੱਸਾ ਨਹੀਂ ਕਰਨਾ, ਮੈਨੂੰ ਕੋਈ ਜੋ ਮਰਜ਼ੀ ਕਹਿ ਦੋ। ਤਾਂ 1 ਘੰਟਾ ਤਾਂ ਔਖਾ ਸੌਖਾ ਹੋ ਕੇ ਬੰਦਾ ਕੱਢ ਹੀ ਜਾਂਦਾ, ਪਰ ਔਖਾ ਸੌਖਾ ਹੋ ਕੇ ਨਾ ਕੱਢੇ, ਖੁਸ਼ੀ ਦੇ ਨਾਲ ਕੱਢਣ ਦਾ ਯਤਨ ਕਰੇ ਕਿ ਨਹੀਂ ਕ੍ਰੋਧ ਕਰਨਾ ਤੇ ਨਹੀਂ ਕਰਨਾ, ਬਸ ਅੱਜ ਪ੍ਰੇਮ ਨਾਲ ਰਹਿਣਾ। ਫਿਰ 2 ਘੰਟੇ, ਫਿਰ 3 ਘੰਟੇ, ਹੌਲੇ ਹੌਲੇ ਇਹਨਾਂ ਚੀਜ਼ਾਂ ਤੇ ਕੰਟਰੋਲ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇੰਪੋਸੀਬਲ ਕੁਝ ਨਹੀਂ, ਲੇਕਿਨ ਥੋੜਾ ਹਾਰਡ ਹੋ ਸਕਦਾ ਹੈ, ਕਿਸੇ ਵਾਸਤੇ ਥੋੜਾ ਔਖਾ ਹੋ ਸਕਦਾ ਹੈ, ਤਾਂ ਕੀਤਾ ਜਾ ਸਕਦਾ ਹੈ। ਰਹਿ ਬਿਹੰਗਮ ਕਤਹਿ ਨਾ ਜਾਈ, ਜੋ ਗੁਰੂ ਦੇ ਬਚਨਾਂ ਦੇ ਉੱਤੇ ਅਮਲ ਕਰਦਾ ਹੈ, ਜੋ ਗਿਆਨ ਦੀ ਸਹੀ ਵਰਤੋਂ ਕਰਦਾ ਹੈ, ਜਿਨੇ ਅੰਦਰ ਹੁਣ ਵਿਕਾਰਾਂ ਦੀ ਖਿੱਚ ਨਹੀਂ ਪੈਂਦੀ। ਤਾਂ ਵਿਹੰਗਮ ਦਾ ਮਤਲਬ ਹੁੰਦਾ ਹੈ ਵਿਹੰਗਮ, ਪੰਛੀ।
ਉਹ ਮਨੁੱਖ ਜੋ ਜਗਤ ਵਿੱਚ ਆਪਣਾ ਨਿਵਾਸ ਇੰਜ ਸਮਝਦਾ ਹੈ ਜਿਵੇਂ ਪੰਛੀ ਹੁੰਦੇ ਨੇ। ਅੱਜ ਇੱਕ ਰੁੱਖ ਦੇ ਉੱਤੇ ਬੈਠੇ ਨੇ, ਰਾਤ ਕੱਟੀ ਹੈ, ਲੇਕਿਨ ਉਸ ਰੁੱਖ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਲੇ ਦਿਨ ਉਤੋਂ ਸਵੇਰ ਹੁੰਦਿਆਂ ਉੱਡ ਗਏ ਨੇ, ਅਗਲੀ ਰਾਤ ਕਿਸੇ ਹੋਰ ਰੁੱਖ ਤੇ ਪੈ ਗਈ। ਰਹਿ ਬਿਹੰਗਮ ਕਤਹਿ ਨਾ ਜਾਈ। ਤਾਂ ਐਸਾ ਜੋ ਮਨੁੱਖ ਹੈ ਉਹ ਬਿਹੰਗਮ ਹੋ ਜਾਂਦਾ ਹੈ। ਬਿਹੰਗਮ ਦਾ ਮਤਲਬ ਨਿਰਮੋਹ ਹੋ ਜਾਂਦਾ ਹੈ। ਉਹਦੇ ਅੰਦਰ ਸੈਲਫਿਸ਼ਨੈਸ ਨਹੀਂ ਰਹਿੰਦੀ, ਉਹਦੇ ਅੰਦਰ ਮੋਹ ਨਹੀਂ ਰਹਿੰਦਾ, ਉਹਦੇ ਅੰਦਰ ਮੋਹ ਨਹੀਂ ਰਹਿੰਦਾ। ਇਸ ਸੰਸਾਰ ਦੇ ਅੰਦਰ ਫਿਰ ਉਹ ਨਿਸਵਾਰਥ ਹੋ ਕੇ ਜ਼ਿੰਦਗੀ ਜੀਂਦਾ ਹੈ, ਮੌਤ ਤੇ ਉੱਠ ਕੇ ਜ਼ਿੰਦਗੀ ਜੀਂਦਾ ਹੈ, ਜੀਵਨ ਜੀਂਦਾ ਹੈ, ਲੇਕਿਨ ਉਹਦੇ ਅੰਦਰ ਸੈਲਫਿਸ਼ਨੈਸ ਨਹੀਂ ਹੈ, ਸਵਾਰਥ ਨਹੀਂ ਹੈ। ਜ਼ਿੰਦਗੀ ਉਹ ਜੀ ਰਿਹਾ ਹੈ ਪਰ ਨਿਰਲੇਪ, ਨਿਰਮੋਹ, ਕੋਈ ਵਿਸ਼ੇ ਵਿਕਾਰ ਨਹੀਂ, ਕੋਈ ਪਾਪ ਨਹੀਂ, ਕੋਈ ਅਪਰਾਧ ਨਹੀਂ। ਉਹ ਦੁਕਾਨ ਵੀ ਚਲਾ ਰਿਹਾ ਹੈ, ਵਪਾਰ ਵੀ ਚਲਾ ਰਿਹਾ ਹੈ, ਖੇਤੀ ਵੀ ਕਰ ਰਿਹਾ ਹੈ, ਜੌਬ ਵੀ ਕਰ ਰਿਹਾ ਹੈ। ਉਹ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ ਸਾਰਿਆਂ ਦੇ ਨਾਲ ਉਸੇ ਤਰ੍ਹਾਂ ਮਿਲ ਵਰਤ ਰਿਹਾ ਜਿਵੇਂ ਲੋਕ ਮਿਲ ਵਰਤ ਰਹੇ ਨੇ, ਲੇਕਿਨ ਵਿਕਾਰਾਂ ਤੋਂ ਰਹਿਤ ਹੈ। ਸੱਚੀ ਜ਼ਿੰਦਗੀ, ਇਮਾਨਦਾਰੀ ਵਾਲੀ ਜ਼ਿੰਦਗੀ ਜੀ ਰਿਹਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੱਚ ਨੂੰ ਆਧਾਰ ਬਣਾ ਕੇ ਉਹ ਮਨੁੱਖੀ ਫਰਜ਼ਾਂ ਨੂੰ ਪੂਰਾ ਕਰ ਰਿਹਾ ਹੈ ਔਰ ਖੁਸ਼ੀ ਦੇ ਨਾਲ ਉਹ ਜਿੰਦਾ ਹੈ। ਦੇਖੋ ਕਿੰਨਾ ਸੌਖਾ ਸਾਧਨ ਹੈ ਨਾ। ਜੇ ਬੰਦਾ ਜੀਣਾ ਚਾਹੇ, ਅਮਲ ਕਰਨਾ ਚਾਹੇ, ਤਾਂ ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਆਪਣੀ ਸੋਚ ਨੂੰ ਬਦਲਿਆ ਜਾ ਸਕਦਾ ਹੈ ਔਰ ਸਾਨੂੰ ਸੋਚ ਬਦਲਣ ਦੀ ਲੋੜ ਹੈ। ਅੱਜ ਦੇ ਜੋ ਸਾਡਾ ਯੁੱਗ ਹੈ, ਜਿਹੜਾ ਸਮਾਂ ਚੱਲ ਰਿਹਾ ਹੈ, ਇਹਦੇ ਅੰਦਰ ਸਾਨੂੰ ਸੋਚ ਬਦਲਣ ਦੀ ਲੋੜ ਹੈ। ਖੁਸ਼ੀਆਂ ਦੇ ਸਾਧਨ ਚਾਰ ਚੁਫੇਰੇ ਮੌਜੂਦ ਨੇ, ਕੋਈ ਐਸੀ ਸ਼ੈ ਨਹੀਂ ਜਿਹੜੀ ਅੱਜ ਬੰਦੇ ਦੇ ਕੋਲ ਨਹੀਂ ਹੈ। ਸਭ ਚੀਜ਼ਾਂ ਮੌਜੂਦ ਨੇ, ਸਿਰਫ ਸੋਚ ਬਦਲਣ ਦੀ ਲੋੜ ਹੈ। ਝੂਠ, ਫਰੇਬ, ਈਰਖਾ, ਦਵੈਸ਼, ਇਹਨਾਂ ਚੀਜ਼ਾਂ ਨੂੰ ਛੱਡ ਕੇ ਸੱਚੀ ਸੁੱਚੀ ਜ਼ਿੰਦਗੀ ਜੀਵੇ ਤਾਂ ਸਾਰੀਆਂ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ। ਰਹਿ ਬਿਹੰਗਮ ਕਤਹਿ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਅਗਹਿ, ਜਿਹੜਾ ਪਹਿਲਾ ਐੜਾ ਗੱਗਾ ਹਾ ਹੈ ਨਾ, ਅਗਹਿ, ਗਹਿ ਦਾ ਮਤਲਬ ਹੁੰਦਾ ਹੈ ਫੜਿਆ ਜਾਣ ਵਾਲਾ, ਜਿਹਨੂੰ ਅਸੀਂ ਗਹਿ ਸਕੀਏ, ਫੜ ਸਕੀਏ। ਤੇ ਅਗਹਿ ਦਾ ਮੀਨਿੰਗ ਹੈ ਜੋ ਫੜਿਆ ਨਾ ਜਾਏ, ਯਾਨੀ ਜਿਹਨੂੰ ਮਾਇਆ ਗ੍ਰਸ ਨਹੀਂ ਸਕਦੀ। ਗਹਿ ਦਾ ਮਤਲਬ ਫੜ ਲੈਂਦਾ ਹੈ, ਫੜ ਲੈਣ ਦਾ ਮਤਲਬ ਆਪਣੇ ਅੰਦਰ ਵਸਾ ਲੈਂਦਾ ਹੈ। ਗਹਿ ਦਾ ਮਤਲਬ ਦੂਜਾ ਜੋ ਸਿਹਾਰੀ ਨਾਲ ਗਹਿ ਹੈ, ਫੜ ਕੇ, ਫੜ ਕੇ ਦਾ ਮਤਲਬ ਅੰਦਰ ਵਸਾ ਕੇ। ਗਗਨ ਦਾ ਮਤਲਬ ਆਕਾਸ਼, ਉੱਚੀਆਂ ਉਡਾਰੀਆਂ। ਜਿਵੇਂ ਪੰਛੀ ਹੈ ਨਾ, ਖੁਰਾਕ ਖਾਂਦਾ ਹੈ, ਕਿਸੇ ਵਰਕਸ਼ ਦੇ ਉੱਤੇ ਬਹਿੰਦਾ ਹੈ ਤਾਂ ਉਹ ਦਾਣਾ ਦੁਣਕਾ ਚੁੱਕ ਕੇ ਫਿਰ ਆਕਾਸ਼ ਦੇ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ। ਗਗਨ ਰਹਾਈ, ਗਗਨ ਦਾ ਮਤਲਬ ਉੱਚੀਆਂ ਉਡਾਰੀਆਂ, ਉੱਚੀ ਸੋਚ। ਰਹਾਈ ਦਾ ਮਤਲਬ ਰਹਿੰਦਾ ਹੈ। ਅਗਹਿ ਦਾ ਮਤਲਬ ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਜਿਹੜਾ ਸਾਡੀ ਪਹੁੰਚ ਤੋਂ ਪਰੇ ਹੈ, ਜਿਹਨੂੰ ਮਾਇਆ ਨਹੀਂ ਗ੍ਰਸ ਸਕਦੀ। ਗਹਿ ਦਾ ਮਤਲਬ ਉਹਨੂੰ ਫੜ ਕੇ, ਉਹਦੇ ਨਾਲ ਸੰਬੰਧ ਵਸਾ ਕੇ, ਉਹਦੇ ਨਾਲ ਆਪਣੇ ਸੋਚ ਮਿਲਾ ਕੇ, ਆਪਣਾ ਪ੍ਰੇਮ ਬਣਾ ਕੇ। ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਹਨੂੰ ਉਹ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਤੇ ਹਿਰਦੇ ਵਿੱਚ ਵਸਾ ਕੇ ਆਪਣੀ ਸੁਰਤ ਨੂੰ, ਗਗਨ ਰਹਾਈ ਦਾ ਮਤਲਬ ਆਪਣੀ ਸੁਰਤ ਨੂੰ ਪ੍ਰਭੂ ਚਰਨਾਂ ਦੇ ਨਾਲ ਜੋੜੀ ਰੱਖਦਾ, ਆਪਣੀ ਸੁਰਤ ਨੂੰ ਗਗਨ ਵਿੱਚ ਰੱਖਦਾ ਹੈ, ਉੱਚੀ ਰੱਖਦਾ ਹੈ, ਸੋਚ ਨੂੰ ਡਿੱਗਣ ਨਹੀਂ ਦਿੰਦਾ। ਕਾਮ ਕ੍ਰੋਧ ਦੇ ਵਿੱਚ ਉਹ ਫਿਰ ਉਹਦੀ ਸੋਚ ਗਿਰਦੀ ਨਹੀਂ ਹੈ, ਆਪਣੀ ਸੋਚ ਨੂੰ ਉੱਚੀ ਰੱਖਦਾ ਹੈ, ਉੱਚੀਆਂ ਆਤਮਿਕ ਉਡਾਰੀਆਂ ਲਾਉਂਦਾ ਹੈ। ਤਾਂ ਜਿਸ ਪ੍ਰਭੂ ਨੂੰ ਮਾਇਆ ਨਹੀਂ ਗ੍ਰਸ ਸਕਦੀ, ਉਹਦੇ ਨਾਲ ਪਿਆਰ ਬਣਾ ਕੇ, ਆਪਣੇ ਹਿਰਦੇ ਦੇ ਅੰਦਰ ਵਸਾ ਕੇ, ਆਪਣੀ ਸੁਰਤ ਨੂੰ ਫਿਰ ਉਹ ਰੱਬੀ ਗੁਣਾਂ ਦੇ ਨਾਲ ਜੋੜੀ ਰੱਖਦਾ ਹੈ, ਉੱਚੀਆਂ ਆਤਮਿਕ ਉਡਾਰੀਆਂ ਦਾ ਉਹ ਆਨੰਦ ਮਾਣਦਾ ਹੈ। ਤਾਂ ਇਹਨੂੰ ਸੌਖੀ ਸ਼ਬਦਾਵਲੀ ਦੇ ਨਾਲ ਮੈਂ ਆਪ ਦੇ ਨਾਲ ਫਿਰ ਸਾਂਝਾ ਕਰਦਿਆਂ ਕਿ ਜੋ ਇਨਸਾਨ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਆਪਣੀ ਸੁਰਤ ਨੂੰ ਪ੍ਰਭੂ ਗੁਣਾਂ ਦੇ ਨਾਲ, ਸਤ ਸੰਤੋਖ ਦੇ ਨਾਲ ਜੋੜੀ ਰੱਖਦਾ ਹੈ, ਫਿਰ ਉਸ ਬੰਦੇ ਦੀ ਸੋਚ ਬੜੀ ਉੱਚੀ ਰਹਿੰਦੀ ਹੈ, ਉਹਦੀ ਸੋਚ ਦੇ ਅੰਦਰ ਫਿਰ ਗਿਰਾਵਟ ਨਹੀਂ ਆਉਂਦੀ। ਘੱਘਾ ਘਟ ਘਟ ਨਿਮਸੈ ਸੋਈ। ਨਿਮਸੈ ਦਾ ਮਤਲਬ ਨਿਵਾਸ ਰੱਖਦਾ ਹੈ। ਘਟ ਦਾ ਮਤਲਬ ਹਰ ਸਰੀਰ ਵਿੱਚ, ਘਟ ਦਾ ਮਤਲਬ ਸਰੀਰ ਘੜਾ, ਘਟ ਘਟ ਦਾ ਮਤਲਬ ਹਰੇਕ ਸਰੀਰ ਵਿੱਚ, ਨਿਮਸੈ ਦਾ ਮਤਲਬ ਨਿਵਾਸ ਰੱਖਦਾ ਹੈ, ਸੋਈ ਦਾ ਮਤਲਬ ਉਹ ਪ੍ਰਭੂ। ਘੱਘਾ ਘਟ ਘਟ ਨਿਮਸੈ ਸੋਈ।
ਹਰੇਕ ਸਰੀਰ ਵਿੱਚ ਉਹ ਪ੍ਰਭੂ ਹੀ ਵਸਦਾ ਹੈ। ਕੋਈ ਐਸਾ ਸਰੀਰ ਨਹੀਂ ਜਿਹਦੇ ਵਿੱਚ ਰੱਬ ਨਾ ਵਸਦਾ ਹੋਵੇ। ਹਰ ਸਰੀਰ ਵਿੱਚ ਵਸਦਾ ਹੈ ਔਰ ਇਹ ਚੀਜ਼ ਸਮਝਣ ਵਾਲੀ ਹੈ, ਅਮਲ ਕਰਨ ਵਾਲੀ ਹੈ। ਹੁਣ ਆਮ ਜਿਹੜਾ ਪ੍ਰਚਾਰਿਆ ਗਿਆ ਕਿ ਰੱਬ ਇਸ ਦੁਨੀਆ ਤੋਂ ਵੱਖਰਾ ਕਿਤੇ ਉੱਤੇ ਆਕਾਸ਼ ਮੰਡਲਾਂ ਵਿੱਚ ਬੈਠਾ ਹੋਇਆ ਹੈ, ਉਥੋਂ ਆਪਣੇ ਫਰਿਸ਼ਤੇ ਭੇਜਦਾ ਹੈ ਜਾਂ ਉਥੋਂ ਅਵਤਾਰ ਧਾਰਨ ਕਰਕੇ ਧਰਤੀ ਤੇ ਹੁੰਦਾ ਹੈ ਤੇ ਪਾਪ ਮਿਟਾ ਕੇ ਤੇ ਫਿਰ ਉੱਤੇ ਜਾ ਬੈਠਦਾ। ਅਸਲ ਦੇ ਅੰਦਰ ਗੁਰਮਤ ਦਾ ਰੱਬ ਇਹ ਨਹੀਂ ਹੈ ਜਿਹੜਾ ਪ੍ਰਚਾਰਿਆ ਗਿਆ ਹੈ। ਗੁਰੂ ਜੀ ਸਾਨੂੰ ਬਾਰ-ਬਾਰ ਕਹਿ ਰਹੇ ਨੇ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਦਿਸਦਾ ਜਗਤ ਰੱਬ ਦਾ ਹੀ ਰੂਪ ਹੈ, ਕੁਦਰਤ ਕਰਕੇ ਵਸਿਆ ਸੋਏ। ਤਾਂ ਹਰ ਸਰੀਰ ਦੇ ਅੰਦਰ ਪ੍ਰਭੂ ਵਸ ਰਿਹਾ ਹੈ। ਘੱਗਾ ਘਟ ਘਟ ਨਿਮਸੈ ਸੋਈ। ਹਰ ਸਰੀਰ ਵਿੱਚ ਰੱਬ ਵਸ ਰਿਹਾ ਹੈ। ਮੇਰੇ ਸਰੀਰ ਵਿੱਚ ਵੀ, ਤੁਹਾਡੇ ਸਰੀਰ ਵਿੱਚ ਵੀ, ਹੋਰ ਥਾਵਾਂ ਤੇ ਵੀ, ਹਰ ਇੱਕ ਦੇ ਸਰੀਰ ਵਿੱਚ। ਤਾਂ ਸਵਾਲ ਪੈਦਾ ਹੁੰਦਾ, ਸਾਨੂੰ ਦਿਸਦਾ ਕਿਉਂ ਨਹੀਂ? ਕਿਉਂਕਿ ਅਸੀਂ ਵੇਖਣਾ ਹੀ ਨਹੀਂ ਚਾਹੁੰਦੇ। ਸਾਡੇ ਘਰ ਦੇ ਵਿੱਚ ਕਿੰਨੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਦੇ ਥੋੜੀਆਂ ਦੀਆਂ ਚੀਜ਼ਾਂ ਨੂੰ ਅਸੀਂ ਵਰਤਦੇ ਹਾਂ। ਕਈ ਵਾਰ ਸਾਡੀ ਕੋਈ ਕੀਮਤੀ ਚੀਜ਼ ਹੁੰਦੀ ਹੈ ਤੇ ਉਹ ਗਲਤੀ ਨਾਲ ਕਿਤੇ ਸਟੋਰ ਦੇ ਵਿੱਚ ਚਲੀ ਗਈ ਤੇ ਸਾਨੂੰ ਉਹ ਚੀਜ਼ ਭੁੱਲ ਭੁਲਾ ਜਾਂਦੀ ਹੈ ਤੇ ਬਾਈ ਦੀ ਵੇ ਕਿਤੇ ਸਾਫ ਸਫਾਈ ਕਰਦਿਆਂ ਜਾਂ ਕੋਈ ਹੋਰ ਸ਼ੈ ਲੱਭਦਿਆਂ ਜਦੋਂ ਵੇਖੀਏ ਤੇ ਸਾਡੀ ਕੋਈ ਕੀਮਤੀ ਚੀਜ਼ ਲੱਭ ਜਾਂਦੀ ਹੈ ਤੇ ਅਸੀਂ ਬੜੇ ਖੁਸ਼ ਹੋ, ਤੇਰੇ ਕੀ ਹੈ ਤੇ ਇੱਥੇ ਪਈ ਹੈ ਤੇ ਅਸੀਂ ਉਦੋਂ ਲੱਭਦੇ ਰਹੇ ਸੀ ਤੇ ਲੱਭਦੀ ਨਹੀਂ ਸੀ। ਹੈ ਘਰ ਵਿੱਚ ਹੀ ਹੈ ਪਰ ਲੱਭਿਆ ਹੀ ਨਹੀਂ, ਉਹਨੂੰ ਯੂਜ਼ ਕੀਤਾ ਹੀ ਨਹੀਂ। ਸਾਡੇ ਹਰ ਸਰੀਰ ਵਿੱਚ ਰੱਬ ਹੈ, ਗੁਣਾਂ ਦੇ ਰੂਪ ਵਿੱਚ। ਗੁਣ ਨਿਧਾਨ ਭਗਤਨ ਕੋ ਬਰਤਨ। ਸੱਚਾਈ, ਦਇਆ, ਨਿਮਰਤਾ, ਪਿਆਰ, ਮੁਹੱਬਤ, ਇਨਸਾਨੀਅਤ, ਨਿਰਭੈਤਾ, ਨਿਰਵੈਰਤਾ ਹਰ ਸਰੀਰ ਵਿੱਚ ਹੈ। ਕਿਹੜਾ ਸਰੀਰ ਹੈ ਜਿਹਦੇ ਵਿੱਚ ਨਹੀਂ? ਪਰ ਹੁਣ ਅਸੀਂ ਵਰਤ ਹੀ ਨਹੀਂ ਰਹੇ। ਨਾ ਅਸੀਂ ਨਿਮਰਤਾ ਨੂੰ ਵਰਤ ਰਹੇ ਹਾਂ, ਨਾ ਦਇਆ ਨੂੰ, ਨਾ ਪ੍ਰੇਮ ਨੂੰ, ਨਾ ਸੱਚਾਈ ਨੂੰ। ਤਾਂ ਇਹ ਸਾਡੀ ਪ੍ਰੋਬਲਮ ਹੈ, ਰੱਬ ਦੀ ਪ੍ਰੋਬਲਮ ਨਹੀਂ ਨਾ। ਖੁਸ਼ੀਆਂ ਹਰ ਇਨਸਾਨ ਦੇ ਅੰਦਰ ਨੇ, ਭੰਡਾਰ ਭਰੇ ਪਏ ਨੇ, ਪਰ ਅਸੀਂ ਖੁਸ਼ੀਆਂ ਨੂੰ ਵਰਤਦੇ ਹੀ ਨਹੀਂ। ਕਿਹੜਾ ਦੁਨੀਆ ਦਾ ਇਨਸਾਨ ਹੈ ਜਿਹੜਾ ਮੁਸਕਰਾ ਨਹੀਂ ਸਕਦਾ? ਹਰ ਬੰਦਾ ਮੁਸਕਰਾ ਸਕਦਾ ਨਾ, ਪਰ ਅਸੀਂ ਮੁਸਕਰਾਉਂਦੇ ਹੀ ਨਹੀਂ। ਅਸੀਂ ਆਪਣੇ ਮੱਥਿਆਂ ਤੇ ਵੱਟ ਪਾ ਕੇ ਬੈਠੇ ਹਾਂ। ਹਰ ਬੰਦਾ ਤਿਊੜੀਆਂ ਪਾ ਕੇ ਬੈਠਾ ਹੋਇਆ। ਗੁਰਦੁਆਰੇ ਸਾਹਿਬ ਵੀ ਜਾਓ, ਲੋਕ ਸਿਰ ਸੁੱਟ ਕੇ ਬੈਠੇ ਹੁੰਦੇ ਨੇ। ਹੁਣ ਤੁਸੀਂ ਮੁਸਕਰਾ ਸਕਦੇ ਹੋ, ਮੈਂ ਮੁਸਕਰਾ ਸਕਦਾ ਹਾਂ। ਇਹ ਕਲਾ ਰੱਬ ਨੇ ਹਰ ਇਨਸਾਨ ਨੂੰ ਦਿੱਤੀ ਹੈ, ਪਰ ਬੰਦਾ ਫਿਰ ਮੁਸਕਰਾਏ ਹੀ ਨਾ, ਖੁਸ਼ ਹੋਵੇ ਹੀ ਨਾ, ਹੱਸੇ ਹੀ ਨਾ, ਤਾਂ ਉਹਦੇ ਵਿੱਚ ਪ੍ਰੋਬਲਮ ਕਿਹਦੀ ਹੈ? ਨਿਮਰਤਾ ਨੂੰ ਯੂਜ਼ ਹੀ ਨਾ ਕਰੇ, ਦਇਆ ਨੂੰ ਯੂਜ਼ ਹੀ ਨਾ ਕਰੇ, ਆਪਣੀ ਜ਼ਬਾਨ ਤੇ ਕੰਟਰੋਲ ਕਰੇ ਹੀ ਨਾ, ਜ਼ਬਾਨ ਵਿੱਚ ਮਿਠਾਸ ਲਿਆਵੇ ਹੀ ਨਾ। ਮਿਠਾਸ ਤੇ ਹੈ, ਹਰ ਬੰਦਾ ਮਿੱਠੇ ਬੋਲ ਸਕਦਾ ਚਾਹੇ ਤੇ, ਲੇਕਿਨ ਯੂਜ਼ ਹੀ ਨਹੀਂ ਕਰ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਹਿਰਦੇ ਦੇ ਅੰਦਰ ਰੱਬ ਵਸ ਰਿਹਾ ਹੈ। ਘਟ ਫੂਟੇ ਘਟ ਕਭੈ ਨਾ ਹੋਈ। ਹੁਣ ਪਹਿਲਾ ਘਟ ਟੈਂਕਾ ਜਿਹੜਾ ਹੈ ਮੁਕਤਾ ਹੈ, ਦੂਜੇ ਘਟ ਦੇ ਟੈਂਕੇ ਦੇ ਨਾਲ ਸਿਹਾਰੀ ਹੈ। ਤਾਂ ਪਹਿਲੇ ਘਟ ਦਾ ਮਤਲਬ ਹੈ ਸਰੀਰ ਘੜਾ। ਘਟ ਫੂਟੇ, ਜੇ ਘੜਾ ਟੁੱਟ ਜਾਏ, ਇਹ ਵਿਆਕਰਨ ਅਨੁਸਾਰ ਨਾਮ ਹੈ ਘਟ, ਇਹ ਜਿਹੜਾ ਸਿਹਾਰੀ ਹੈ। ਲੇਕਿਨ ਦੂਜੀ ਤੁਕ ਵਿੱਚ ਲਫ਼ਜ਼ ਘਟ ਲਫ਼ਜ਼ ਹੋਈ ਦੇ ਨਾਲ ਮਿਲ ਕੇ ਇਹ ਕਿਰਿਆ ਬਣ ਗਿਆ ਹੈ। ਘਟ ਹੋਈ ਦਾ ਮਤਲਬ ਘਟ ਨਹੀਂ ਹੁੰਦਾ। ਤਾਂ ਜੇ ਕੋਈ ਸਰੀਰ ਰੂਪ ਘੜਾ ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿੱਚ ਘਾਟਾ ਨਹੀਂ ਹੁੰਦਾ। ਰੱਬ ਸਾਰੇ ਸਰੀਰਾਂ ਦੇ ਵਿੱਚ ਵਸਦਾ ਹੈ, ਪਰ ਜੇ ਮੰਨ ਲਓ ਹੁਣ ਮੈਂ ਮਰ ਜਾ, ਮੇਰੀ ਮੌਤ ਹੋ ਜਾਏ, ਤਾਂ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਵੀ ਯਾਰ ਇਹਦੇ ਵਿੱਚ ਰੱਬ ਵਸਦਾ ਸੀ ਤੇ ਰੱਬ ਵੀ ਮਰ ਗਿਆ ਹੋਣਾ ਜਾਂ ਰੱਬ ਘਟ ਗਿਆ ਹੋਣਾ। ਬਿਲਕੁਲ ਵੀ ਨਾ। ਇਹ ਚੀਜ਼ ਨੂੰ ਥੋੜਾ ਜਿਹਾ ਇਸ ਤਰ੍ਹਾਂ ਸਮਝ ਲਓ। ਮੰਨ ਲਓ 100 ਘੜੇ ਨੇ ਪਾਣੀ ਦੇ ਭਰੇ ਹੋਏ, ਤੇ ਉਹਨਾਂ ਘੜਿਆਂ ਦੇ ਵਿੱਚ ਜਦੋਂ ਅਸੀਂ ਝਾਤੀ ਮਾਰਦੇ ਹਾਂ ਤੇ ਸਾਨੂੰ ਘੜਿਆਂ ਵਿੱਚ ਆਕਾਸ਼ ਦਿਸਦਾ ਹੈ। ਸਾਰਿਆਂ ਘੜਿਆਂ ਵਿੱਚ ਆਕਾਸ਼ ਦਿਸਦਾ ਹੈ। ਤੇ ਜੇ ਇੱਕ ਘੜਾ ਭੰਨ ਦਈਏ ਤਾਂ ਕੀ ਆਕਾਸ਼ ਦਾ ਹਿੱਸਾ ਥੋੜਾ ਜਿਹਾ ਟੁੱਟ ਜਾਏਗਾ? ਆਕਾਸ਼ ਨੂੰ ਕੋਈ ਫਰਕ ਪੈਗਾ? ਦੂਜਾ ਘੜਾ ਭੰਨ ਦਈਏ, ਤੀਜਾ ਘੜਾ ਭੰਨ ਦਈਏ, ਤਾਂ ਕੀ ਘੜਾ ਭੱਜਣ ਦੇ ਨਾਲ ਕਦੇ ਕਿਸੇ ਨੂੰ ਕੋਈ ਫਰਕ ਪਵੇਗਾ? ਤੇ ਕਦੇ ਵੀ
ਦਮਨ ਮੈਂ ਕਲਾਸ ਵਿੱਚ ਥੋੜੀ ਦੇਰ ਬਾਅਦ ਕਰਿਆ ਫੋਨ ਤੇ ਨਾ ਕਦੇ ਵੀ ਘੜਿਆ ਟੁੱਟਣ ਦੇ ਨਾਲ ਆਕਾਸ਼ ਨੂੰ ਕੋਈ ਫਰਕ ਨਹੀਂ ਪੈਣਾ ਹੈ। ਆਕਾਸ਼ ਨੂੰ ਬਿਲਕੁਲ ਫਰਕ ਨਹੀਂ ਪਵੇਗਾ। ਘਟ ਫੂਟੇ ਘਟ ਕਭੇ ਨਾ ਹੋਈ। ਜੇ ਕੋਈ ਸਰੀਰ ਮਰ ਜਾਂਦਾ ਹੈ, ਘੜਾ ਟੁੱਟ ਜਾਂਦਾ ਹੈ, ਤਾਂ ਉਹਦੇ ਨਾਲ ਕਦੇ ਵੀ ਆਕਾਸ਼ ਨੂੰ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਸਰੀਰ ਘੜਾ ਭੱਜਣ ਦੇ ਨਾਲ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਰੱਬ ਪਹਿਲਾਂ ਵੀ ਸੀ, ਹੁਣ ਵੀ ਹੈ, ਸਰੀਰ ਮਰਨ ਤੋਂ ਬਾਅਦ ਵੀ ਰੱਬ ਰਹੇਗਾ। ਤਾਂ ਘਟ ਮਾਹੇ ਘਾਟ ਜੋ ਪਾਵਾ। ਘਾਟ ਦਾ ਮਤਲਬ ਇੱਥੇ ਹੈ ਪੱਤਣ। ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਉਹਨੂੰ ਘਾਟ ਕਹਿੰਦੇ ਨੇ। ਜਿਵੇਂ ਕੋਈ ਦਰਿਆ ਹੈ ਨਾ, ਸਤਲੁਜ ਹੈ, ਰਾਵੀ ਹੈ, ਬਿਆਸ ਹੈ, ਜਾਂ ਗੰਗਾ ਜਮਨਾ, ਕੋਈ ਵੀ ਦਰਿਆ ਹੈ, ਉੱਥੇ ਜਿੱਥੋਂ ਸਵਾਰੀਆਂ ਲੰਘਦੀਆਂ ਨੇ ਉਹਨੂੰ ਘਾਟ ਕਹਿ ਦਿੰਦੇ ਨੇ, ਪੱਤਣ, ਜਿੱਥੋਂ ਕਿਸ਼ਤੀਆਂ ਰਾਹੀਂ ਪਾਰ ਲੰਘੀਦਾ। ਤੇ ਕਈ ਵਾਰੀ ਕੁਝ ਥੱਲੇ ਜਗ੍ਹਾ ਪੱਕੀ ਹੁੰਦੀ ਹੈ, ਜਦੋਂ ਦਰਿਆਵਾਂ ਵਿੱਚ ਪਾਣੀ ਘੱਟ ਹੁੰਦਾ ਤੇ ਕਈ ਲੋਕ ਉੱਥੋਂ ਪੈਦਲ ਵੀ ਲੰਘ ਜਾਂਦੇ ਨੇ, ਲੇਕਿਨ ਪੱਤਣ ਉਹਨੂੰ ਕਹਿੰਦੇ ਨੇ ਜਿੱਥੋਂ ਬੇੜੀਆਂ ਰਾਹੀਂ ਪਾਰ ਲੰਘੀਦਾ। ਘਟ ਮਹਿ ਦਾ ਮਤਲਬ ਸਰੀਰ ਵਿੱਚ, ਘਾਟ ਦਾ ਮਤਲਬ ਪੱਤਣ, ਲੰਘਣ ਦਾ ਰਾਸਤਾ। ਜਦੋਂ ਕੋਈ ਜੀਵ ਇਹ ਸਰੀਰ ਦੇ ਅੰਦਰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪੱਤਣ ਲੱਭ ਲੈਂਦਾ ਹੈ, ਰਾਹ ਲੱਭ ਲੈਂਦਾ ਹੈ। ਹੁਣ ਇਸ ਸੰਸਾਰ ਸਾਗਰ ਤੋਂ ਪਾਰ ਲੰਘਣ ਵਾਸਤੇ ਰਾਸਤਾ ਅੰਦਰੋਂ ਲੱਭਣਾ ਹੈ। ਕਾਰਨ ਕੀ ਹੈ? ਕਿਉਂਕਿ ਦਰਿਆ ਵੀ ਅੰਦਰ ਹੀ ਵਗ ਰਿਹਾ ਹੈ ਤੇ ਰਾਸਤਾ ਵੀ ਅੰਦਰੋਂ ਹੀ ਲੱਭਣਾ ਹੈ। ਜਿਸ ਦਰਿਆ ਦੇ ਵਿੱਚ ਮੈਂ ਗੋਤੇ ਖਾ ਰਿਹਾ ਨਾ, ਉਹ ਮੇਰਾ ਦਰਿਆ ਆਪਣਾ ਹੈ ਅੰਦਰ। ਤੁਹਾਡਾ ਸਾਰਿਆਂ ਦਾ ਦਰਿਆ ਆਪੋ ਆਪਣਾ ਹੈ। ਜੋ ਸਾਡੇ ਅੰਦਰ ਵਿਕਾਰ ਨੇ ਨਾ, ਵਿਕਾਰਾਂ ਵਾਲੀਆਂ ਬਿਰਤੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ ਆਦਿਕ ਜਿੰਨੇ ਵੀ ਔਗਣ ਨੇ, ਇਹ ਅੰਦਰ ਦਰਿਆ ਵਗਦਾ ਹੈ ਹਰ ਇੱਕ ਦੇ ਅੰਦਰ। ਕੁਝ ਲੋਕ ਇਹ ਨੇ ਜਿਹੜੇ ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਲੱਭ ਲੈਂਦੇ ਨੇ ਕਿ ਇਹਨਾਂ ਵਿਕਾਰਾਂ ਤੋਂ ਪਾਰ ਕਿਵੇਂ ਲੰਘਣਾ ਹੈ, ਇਹਨਾਂ ਵਿਕਾਰਾਂ ਤੋਂ ਬਚਣਾ ਕਿਵੇਂ ਹੈ। ਉਹ ਇਹਨਾਂ ਵਿਕਾਰਾਂ ਤੋਂ ਬਚ ਜਾਂਦੇ ਨੇ ਔਰ ਉਹ ਸਿੱਧੇ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਦੇ ਨਾਲ ਜੁੜ ਜਾਂਦੇ ਨੇ। ਹਉਮੈ ਦੀਰਘ ਰੋਗ ਹੈ, दारू ਪੀ ਇਸਮਾ ਹੈ। ਰੋਗ ਵੀ ਅੰਦਰ ਹੈ ਤੇ ਦਬਾਅ ਵੀ ਅੰਦਰ ਹੈ, ਦਰਿਆ ਵੀ ਅੰਦਰ ਹੈ ਤੇ ਪਾਰ ਲੰਘਣ ਦਾ ਰਾਹ ਵੀ ਅੰਦਰ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਕੋਈ ਇਹ ਸਰੀਰ ਦੇ ਅੰਦਰ ਰਹਿੰਦਿਆਂ ਵਿਕਾਰਾਂ ਤੋਂ ਪਾਰ ਲੰਘਣ ਦਾ ਰਾਹ ਲੱਭ ਲੈਂਦਾ ਹੈ, ਆਪਣੀ ਸੋਚ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਸੋ ਘਟ ਛਾੜ ਅਵ ਘਟ ਕਤ ਧਾਵਾ। ਅਵ ਘਟ ਦਾ ਮਤਲਬ ਖੱਡਾਂ, ਘਾਟ ਦਾ ਮਤਲਬ ਪੱਤਣ। ਤਾਂ ਗੁਰੂ ਜੀ ਕਹਿੰਦੇ ਨੇ ਫਿਰ ਐਸੇ ਪੱਤਣ ਨੂੰ ਛੱਡ ਕੇ ਉਹ ਦੂਜੇ ਪਾਸੇ ਨਹੀਂ ਦੌੜਦਾ, ਖੱਡਾਂ ਵਾਲੇ ਪਾਸੇ ਨਹੀਂ ਦੌੜਦਾ। ਉਹਨੂੰ ਪਤਾ ਹੈ ਕਿ ਇੱਥੋਂ ਮੈਂ ਪਾਰ ਲੰਘ ਜਾਣਾ ਹੈ। ਉਹ ਉਸ ਪੱਤਣ ਤੋਂ ਪਾਰ ਲੰਘਦਾ ਹੈ। ਉਸ ਪੱਤਣ ਨੂੰ ਛੱਡ ਕੇ ਫਿਰ ਦੂਜੇ ਪਾਸੇ ਨਹੀਂ ਜਾਂਦਾ ਕਿ ਕਿਸੇ ਵਿਕਾਰ ਦੇ ਵਿੱਚ ਡੁੱਬ ਜਾਏ ਜਾਂ ਜਿਹੜੇ ਪਾਸੇ ਹੋਰ ਡੂੰਘੇ ਖੱਡ ਹੋਣ ਤੇ ਉਧਰ ਜਾ ਡੁੱਬੇ। ਫਿਰ ਉਸ ਪੱਤਣ ਤੋਂ ਲੰਘਦਾ, ਉਹਨੂੰ ਪਤਾ ਹੈ ਕਿ ਇਹ ਪੱਤਣ ਹੈ, ਇੱਥੋਂ ਮੈਨੂੰ ਕਿਸ਼ਤੀ ਮਿਲ ਜਾਣੀ ਹੈ, ਇੱਥੋਂ ਮੈਂ ਆਰਾਮ ਦੇ ਨਾਲ ਲੰਘ ਜਾਣਾ ਹੈ। ਦੂਜੇ ਪਾਸੇ ਗਿਆ ਤੇ ਮੈਂ ਡੁੱਬ ਕੇ ਮਰਾਂਗਾ। ਤਾਂ ਜਦੋਂ ਕੋਈ ਇਸ ਰਾਹ ਨੂੰ ਲੱਭ ਲੈਂਦਾ ਹੈ, ਜਦੋਂ ਕਾਮਨ ਸੈਂਸ ਮਿਲ ਜਾਂਦੀ ਹੈ, ਜਦੋਂ ਅੰਦਰਲੀ ਬਿਰਤੀ ਗੁਰੂ ਗਿਆਨ ਰਾਹੀਂ ਸ਼ੁਭ ਗੁਣਾਂ ਦੇ ਨਾਲ ਜੁੜ ਜਾਂਦੀ ਹੈ ਨਾ, ਤੇ ਉਹਨੂੰ ਸਮਝ ਆਉਂਦੀ ਹੈ ਕਿ ਇੰਨੀ ਚੰਗੀ ਜ਼ਿੰਦਗੀ ਔਰ ਇੰਨੀ ਆਸਾਨ ਚੀਜ਼ ਇਸ ਦਰਿਆ ਨੂੰ ਪਾਰ ਕਰਨ ਦੀ, ਵਿਕਾਰਾਂ ਨੂੰ, ਚਿੰਤਾਵਾਂ ਨੂੰ, ਪਰੇਸ਼ਾਨੀਆਂ ਨੂੰ, ਇਨਫੀਰੀਓਰਿਟੀ ਕੰਪਲੈਕਸ ਜਾਂ ਸੁਪਰੀਓਰਿਟੀ ਕੰਪਲੈਕਸ ਤੋਂ ਪਾਰ ਲੰਘਣ ਦਾ ਇੰਨਾ ਸੌਖਾ ਰਾਹ। ਫਿਰ ਉਸ ਪੱਤਨ ਨੂੰ ਛੱਡ ਕੇ ਦੂਜੇ ਪਾਸੇ ਨਹੀਂ ਦੌੜਦਾ। ਜਦੋਂ ਇੱਕ ਵਾਰ ਬੰਦਾ ਮਨ ਕਰਕੇ ਸ਼ੁਭ ਗੁਣਾਂ ਨਾਲ ਜੁੜ ਜਾਏ ਤਾਂ ਫਿਰ ਉਹ ਵਿਸ਼ੇ ਵਿਕਾਰਾਂ ਵੱਲ ਨਹੀਂ ਦੌੜਦਾ। ਫਿਰ ਉਹ ਰੱਬ ਦੀ ਸਿਫਤ ਸਲਾਹ ਦੇ ਨਾਲ ਜੁੜਿਆ ਰਹਿੰਦਾ ਹੈ। ਫਿਰ ਉਹ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ। ਫਿਰ ਉਹਨੂੰ ਅਵਰਤਨ ਰਾਤੇ ਸਰਾਧਾਂ ਦੀ ਲੋੜ ਨਹੀਂ ਰਹਿੰਦੀ। ਫਿਰ ਉਹਨੂੰ ਕਰਮ ਕਾਂਡਾਂ ਦੀ ਲੋੜ ਨਹੀਂ ਰਹਿੰਦੀ। ਫਿਰ ਉਹ ਵਿਸ਼ੇ ਵਿਕਾਰਾਂ ਦੇ ਅੰਦਰ ਨਹੀਂ ਦੌੜਦਾ। ਉਹਦਾ ਮਨ ਜਿਹੜਾ ਹੈ ਫਿਰ ਸਦਾ ਸਦਾ ਵਾਸਤੇ ਟਿਕ ਜਾਂਦਾ ਹੈ। ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਗੰਗਾ ਸ਼ਬਦ ਤੇ ਥੋੜਾ ਜਿਹਾ ਰੁਕ ਜਾਣਾ ਹੈ। ਇਸ ਪੰਕਤੀ ਦੇ ਵਿਸ਼ਰਾਮ ਐਵੇਂ ਆਣਗੇ, ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਤੇ ਇਹ ਗੰਗਾ ਸ਼ਬਦ ਦਾ ਉਚਾਰਨ ਸਾਨੂੰ ਸਾਰਿਆਂ ਨੂੰ ਠੀਕ ਢੰਗ ਦੇ ਨਾਲ ਸਿੱਖਣਾ ਚਾਹੀਦਾ ਹੈ।
ਵੈਸੇ ਤੁਹਾਡੇ ਵਿੱਚੋਂ ਸਾਰੇ ਵੀਰ ਭੈਣਾਂ ਆਮ ਕਰਕੇ ਬੋਲ ਲੈਂਦੇ ਨੇ, ਪਰ ਆਮ ਇਹ ਜੋ ਦੋ ਸ਼ਬਦ ਨੇ ਨਾ, ਨੰਨਾ ਔਰ ਨੰਨਾ, ਇਹਨਾਂ ਦਾ ਉਚਾਰਨ ਖਤਮ ਜਿਹਾ ਹੁੰਦਾ ਚਲਾ ਜਾ ਰਿਹਾ ਹੈ। ਬਹੁਤ ਸਾਰੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਜੋ ਬੀਬੀਆਂ ਜਾਂ ਬੰਦੇ ਟੀਚਰ ਨੇ, ਉਹ ਵੀ ਇਹਨੂੰ ਨੰਨਾ ਹੀ ਪੜ੍ਹੀ ਜਾਣਗੇ, ਔਰ ਕੱਕਾ ਖੱਖਾ ਗੱਗਾ ਕੱਗਾ ਨੰਨਾ, ਚੱਚਾ ਛੱਛਾ ਜੱਜਾ ਛੱਜਾ ਨੰਨਾ, ਉਹ ਇਹਨਾਂ ਨੂੰ ਨੰਨਾ ਹੀ ਬੋਲੀ ਜਾਣਗੇ। ਨਾਣਾ ਔਰ ਨੰਨਾ ਦਾ ਵੀ ਬਹੁਤਾ ਫਰਕ, ਬਹੁਤੀ ਵਾਰੀ ਫਰਕ ਨਹੀਂ ਕੀਤਾ ਜਾਂਦਾ, ਲੇਕਿਨ ਨੰਨਾ ਔਰ ਨੰਨਾ, ਇਹਨਾਂ ਦੋ ਸ਼ਬਦਾਂ ਨੂੰ ਠੀਕ ਢੰਗ ਦੇ ਨਾਲ ਬੋਲਣਾ ਚਾਹੀਦਾ ਹੈ। ਨੰਨਾ, ਇਹ ਤਾਲੂ ਦੇ ਨਾਲ ਜੀਭ ਲਾ ਕੇ ਬੋਲਾਂਗੇ ਤਾਂ ਬੜੇ ਪ੍ਰੇਮ ਦੇ ਨਾਲ ਭੁੱਲ ਜਾਏਗਾ। ਨਿਗ੍ਰਹਿ ਦਾ ਮਤਲਬ ਹੁੰਦਾ ਹੈ ਚੰਗੀ ਤਰ੍ਹਾਂ ਫੜਨਾ, ਚੰਗੀ ਤਰ੍ਹਾਂ ਆਪਣੇ ਵਸ ਦੇ ਵਿੱਚ ਲਿਆਉਣਾ, ਉਹਨੂੰ ਕਹਿੰਦੇ ਨੇ ਨਿਗ੍ਰਹਿ, ਯਾਨੀ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ। ਅੱਖਾਂ ਪਰਤਰੇ ਪਰਤਨ ਰੂਪ ਨੂੰ ਨਾ ਵੇਖਣ, ਕੰਨ ਨਿੰਦਾ ਚੁਗਲੀ ਨਾ ਸੁਣਨ, ਜ਼ਬਾਨ ਝੂਠੇ ਔਰ ਖਰਵੇ ਬੋਲ ਨਾ ਬੋਲੇ, ਹੱਥਾਂ ਦੇ ਨਾਲ ਬੰਦਾ ਮਾੜੇ ਕਰਮ ਨਾ ਕਰੇ, ਪੈਰਾਂ ਨਾਲ ਚੱਲ ਕੇ ਮਾੜੇ ਪਾਸੇ ਨਾ ਜਾਏ, ਚੰਗੀ ਤਰ੍ਹਾਂ ਇਹਨਾਂ ਨੂੰ ਰੋਕੇ, ਵਸ ਵਿੱਚ ਕਰੇ। ਨਿਰਵਾਰੋ ਦਾ ਮਤਲਬ ਦੂਰ ਕਰੋ, ਤੇ ਸੰਦੇਹ ਦਾ ਮਤਲਬ ਹੈਗਾ ਸ਼ੱਕ। ਜੋ ਸ਼ੱਕ ਹੈ ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਇੰਦਰੀਆਂ ਨੂੰ ਚੰਗੀ ਤਰ੍ਹਾਂ ਰੋਕ, ਪ੍ਰਭੂ ਦੇ ਨਾਲ ਪਿਆਰ ਬਣਾ, ਤੇ ਆਪਣਾ ਜੋ ਵਹਿਮ ਹੈ ਉਹਨੂੰ ਦੂਰ ਕਰ, ਸੰਦੇਹ ਨੂੰ ਦੂਰ ਕਰ। ਕਈ ਵਾਰ ਬੰਦੇ ਨੂੰ ਸ਼ੱਕ ਹੁੰਦਾ ਨਾ ਕਿ ਇਹ ਕੰਮ ਕਰਨ ਨਾਲ ਯਾਰ ਪਤਾ ਨਹੀਂ ਲਾਭ ਹੋਏਗਾ ਕਿ ਨਹੀਂ ਹੋਏਗਾ, ਮੈਂ ਜਾ ਤੇ ਰਿਹਾ, ਪਤਾ ਨਹੀਂ ਅੱਗੋਂ ਇਹ ਕੰਮ ਬਣੇਗਾ ਕਿ ਨਹੀਂ ਬਣੇਗਾ, ਕਨਫਿਊਜ਼ਨ ਹੈ ਨਾ, ਸ਼ੱਕ ਹੈਗਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸ਼ੱਕ ਨੂੰ ਦੂਰ ਕਰ, ਔਰ ਆਪਣੇ ਗਿਆਨ ਇੰਦਰੀਆਂ ਨੂੰ, ਆਪਣੇ ਮਨ ਨੂੰ ਕੰਟਰੋਲ ਦੇ ਅੰਦਰ ਕਰ, ਤੇ ਸ਼ੱਕ ਨੂੰ ਦੂਰ ਕਰ ਕਿ ਸ਼ਾਇਦ ਇਹਨਾਂ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਨਾਲ ਸੁੱਖ ਮਿਲੇਗਾ ਕਿ ਨਹੀਂ ਮਿਲੇਗਾ। ਮਿਲੇਗਾ, ਕਾਮਯਾਬੀ ਮਿਲੇਗੀ, ਸ਼ਾਂਤੀ ਮਿਲੇਗੀ, ਅੰਦਰ ਇਨਸਾਨੀਅਤ ਪੈਦਾ ਹੋਏਗੀ, ਪ੍ਰਭੂ ਦੇ ਨਾਲ ਪ੍ਰੀਤ ਬਣੇਗੀ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਕਿ ਸੰਸ਼ੇ ਦੂਰ ਕਰੋ, ਔਰ ਆਪਣੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕੋ, ਇਹਨਾਂ ਨੂੰ ਚੰਗੀ ਤਰ੍ਹਾਂ ਕਾਬੂ ਕਰੋ, ਇਹਨਾਂ ਨੂੰ ਆਪਣੇ ਕੰਟਰੋਲ ਦੇ ਅੰਦਰ ਰੱਖੋ, ਔਰ ਕੰਟਰੋਲ ਦੇ ਅੰਦਰ ਰੱਖ ਕੇ ਤੇ ਆਪਣੀ ਜ਼ਿੰਦਗੀ ਨੂੰ ਠੀਕ ਢੰਗ ਦੇ ਨਾਲ ਜੀਵੋ। ਨੰਨਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ। ਤੇ ਅਗਲਾ ਬਚਨ ਬੜਾ ਪਿਆਰਾ ਕਹਿ ਰਹੇ ਨੇ, ਨਾਹੀ ਦੇਖ ਨਾ ਭਾਜੀਐ, ਪਰਮ ਸਿਆਣਪ ਇਹ। ਨਾਹੀ ਦੇਖ ਦਾ ਮੀਨਿੰਗ ਹੈ ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ। ਨਾਹੀ ਦੇਖ, ਦੇਖ ਕੇ ਕਿ ਕੰਮ ਨਹੀਂ ਹੋ ਸਕਦਾ, ਯਾਨੀ ਇਹ ਕੰਮ ਔਖਾ ਹੈ। ਨਾ ਭਾਜੀਏ, ਨਾ ਭਾਜੀਏ ਦਾ ਮਤਲਬ ਭਜਣਾ ਨਹੀਂ ਚਾਹੀਦਾ, ਉਸ ਕੰਮ ਨੂੰ ਕਰਨਾ ਛੱਡ ਨਹੀਂ ਦੇਣਾ ਚਾਹੀਦਾ। ਪਰਮ ਸਿਆਣਪ ਇਹ, ਪਰਮ ਦਾ ਮਤਲਬ ਸਭ ਤੋਂ ਵੱਡੀ, ਸਿਆਣਪ ਦਾ ਮਤਲਬ ਸਿਆਣਪ, ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਹੈ। ਇਹਦਾ ਸਾਰੀ ਪੰਕਤੀ ਦਾ ਮੀਨਿੰਗ ਕੀ ਬਣੇਗਾ ਕਿ ਇਹ ਕੰਮ ਔਖਾ ਜ਼ਰੂਰ ਹੈ, ਪਰ ਇਸ ਖਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ, ਇਸ ਕੰਮ ਵੱਲੋਂ ਭੱਜ ਨਹੀਂ ਜਾਣਾ ਚਾਹੀਦਾ। ਬਸ ਸਭ ਤੋਂ ਵੱਡੀ ਅਕਲ ਦੀ ਗੱਲ ਇਹ ਹੈ, ਦੁਨੀਆ ਦੀ ਸਭ ਤੋਂ ਵੱਡੀ ਅਕਲ ਦੀ ਗੱਲ ਇਹ ਹੈ ਕਿ ਇਹ ਕੰਮ ਹੋ ਸਕਦਾ ਹੈ, ਇੰਪੋਸੀਬਲ ਕੁਝ ਵੀ ਨਹੀਂ ਹੈ। ਨਾ ਹੀ ਦੇਖ ਕਿ ਇਹ ਕੰਮ ਨਹੀਂ ਹੋ ਸਕਦਾ, ਇਹ ਗੱਲ ਕਹਿ ਕੇ ਭੱਜੋ ਨਾ, ਇਹਦੇ ਤੋਂ ਨੱਸੋ ਨਾ, ਕਿਨਾਰਾ ਕਸ਼ੀ ਨਾ ਕਰੋ, ਇਹ ਹੋ ਸਕਦਾ ਹੈ। ਪਰਮ ਸਿਆਣਪ ਇਹ, ਕਿਹੜਾ ਕੰਮ? ਜਿਹੜਾ ਸਾਨੂੰ ਪਿੱਛੇ ਦੱਸਿਆ ਨਾ, ਨੰਨਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ, ਕਿ ਆਪਣੀਆਂ ਗਿਆਨ ਇੰਦਰੀਆਂ ਨੂੰ ਕਾਬੂ ਕਰੋ ਔਰ ਆਪਣੇ ਸ਼ੱਕ ਨੂੰ ਦੂਰ ਕਰੋ। ਔਰ ਇਹ ਕੰਮ ਔਖਾ ਜ਼ਰੂਰ ਹੋ ਸਕਦਾ ਹੈ, ਲੇਕਿਨ ਇਹ ਇੰਪੋਸੀਬਲ ਨਹੀਂ ਹੈ। ਇਹ ਕਹਿ ਕੇ ਕਿ ਨਹੀਂ ਜੀ ਇਹ ਤੇ ਨਹੀਂ ਹੋ ਸਕਦਾ, ਇਹ ਤੇ ਜੀ ਕਿਤਾਬੀ ਗੱਲਾਂ ਨੇ, ਇਹ ਤਾਂ ਜੀ ਸਟੇਜੀ ਗੱਲਾਂ ਨੇ, ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ। ਗੁਰੂ ਜੀ ਕਹਿੰਦੇ ਨੇ ਇਹ ਗੱਲਾਂ ਕਹਿ ਕੇ ਭੱਜੋ ਨਾ, ਹੋ ਸਕਦੀਆਂ ਨੇ, ਕੁਝ ਵੀ ਇੰਪੋਸੀਬਲ ਨਹੀਂ ਹੈ। ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਇਹ ਹੈ ਕਿ ਐਸਾ ਹੋ ਸਕਦਾ ਹੈ, ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਨਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਲਡ, ਕੁਝ ਵੀ ਇੰਪੋਸੀਬਲ ਨਹੀਂ ਹੈ। ਇੰਪੋਸੀਬਲ ਸ਼ਬਦ ਜਿਹੜਾ ਹੈ
ਕਿਸੇ ਨੇ ਲਿਖਿਆ ਹੈ ਕਿ ਉਹ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਿੰਗਾਰ ਹੈ। ਔਰ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਇੰਪੋਸੀਬਲ ਕੁਝ ਨਹੀਂ ਹੈ, ਹੋ ਸਕਦਾ ਹੈ, ਸਭ ਕੁਝ ਹੋ ਸਕਦਾ ਹੈ। ਜੇ ਤੂੰ ਚਾਹੇ ਤਾਂ ਗਿਆਨ ਇੰਦਰੀਆਂ ਨੂੰ ਕਾਬੂ ਕਰ ਸਕਦਾ ਹੈ, ਨੈਗੇਟਿਵਿਟੀ ਤੋਂ ਨਿਜਾਤ ਪਾ ਸਕਦਾ ਹੈ, ਤੂੰ ਪੋਜ਼ਿਟਿਵ ਹੋ ਸਕਦਾ ਹੈ, ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਵਿੱਚ, ਆਪਣੀਆਂ ਹਾਰਾਂ ਨੂੰ ਜਿੱਤਾਂ ਵਿੱਚ, ਆਪਣੇ ਦੁੱਖਾਂ ਨੂੰ ਸੁੱਖਾਂ ਵਿੱਚ, ਔਰ ਆਪਣੇ ਪਤਿਤ ਪੁਣੇ ਨੂੰ ਪਵਿੱਤਰਤਾ ਦੇ ਅੰਦਰ ਤੂੰ ਬਦਲ ਸਕਦਾ ਹੈ। ਇਹ ਪੋਸਿਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਕੁਝ ਵੀ ਐਸਾ ਨਹੀਂ ਜੋ ਨਹੀਂ ਹੋ ਸਕਦਾ। ਹੁਣ ਦੇਖੋ ਗੁਰੂ ਜੀ ਸਾਨੂੰ ਕਿੰਨਾ ਯਕੀਨ ਦਿਵਾ ਰਹੇ ਨੇ, ਕਿੰਨੀਆਂ ਵੱਡੀਆਂ ਸਾਡੇ ਅੰਦਰ ਮਾਨਸਿਕ ਸ਼ਕਤੀਆਂ ਨੇ ਜਿਨ੍ਹਾਂ ਦਾ ਸਾਨੂੰ ਅਹਿਸਾਸ ਕਰਾ ਰਹੇ ਨੇ, ਕਿੰਨੀ ਵੱਡੀ ਸਾਨੂੰ ਵਿਲ ਪਾਵਰ ਦੇ ਰਹੇ ਨੇ, ਕਿੰਨੀ ਵੱਡੀ ਸਾਨੂੰ ਸਕਾਰਾਤਮਕਤਾ ਦੇ ਰਹੇ ਨੇ, ਔਰ ਕਿੰਨਾ ਯਕੀਨ ਦਵਾ ਰਹੇ ਨੇ। ਤੇ ਇਹ ਯਕੀਨ ਸੱਚਾ ਹੈ, ਇਹ ਮਨੋਵਿਗਿਆਨਿਕ ਤੱਥ ਨੇ, ਇਹ ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੁਥ ਹੈ। ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ, ਜੀਵੀ ਜਾ ਸਕਦੀ ਹੈ, ਪਰ ਜੀਵੀ ਤਾਂ ਜਾਏਗੀ ਜੇ ਕੋਈ ਜੀਣਾ ਚਾਹੇਗਾ। ਜੇ ਕੋਈ ਜੀਣਾ ਚਾਹੇਗਾ ਤਾਂ ਜ਼ਰੂਰਤ ਹੈ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਯਕੀਨ ਲਿਆਉਣ ਦੀ ਔਰ ਇਸ ਪਾਸੇ ਤੁਰਨ ਦੀ। ਤੇ ਯਾਦ ਰੱਖਣਾ, ਯਾਤਰਾ ਜਿੰਨੀ ਮਰਜ਼ੀ ਲੰਬੀ ਹੋਵੇ ਉਹ ਇੱਕ ਕਦਮ ਤੋਂ ਹੀ ਸ਼ੁਰੂ ਹੁੰਦੀ ਹੈ। ਤੇ ਜੇ ਕੋਈ ਕਹੇ ਕਿ ਮੇਰੇ ਕਰਨ ਨਾਲ ਕੀ ਹੋ ਜਾਏਗਾ, ਜੇ ਮੈਂ ਇਕੱਲਾ ਕਰੀ ਜਾਵਾਂ ਤੇ ਕੀ ਹੋਏਗਾ, ਬਹੁਤ ਕੁਝ ਹੋਏਗਾ। ਜੇ ਗੁਰੂ ਨਾਨਕ ਦੇਵ ਜੀ ਇਹ ਸੋਚਦੇ ਕਿ ਮੇਰੇ ਇਕੱਲੇ ਨਾਲ ਕੀ ਹੋਣਾ, ਤਾਂ ਦੁਨੀਆ ਬਦਲਣੀ ਸੀ। ਤਾਂ ਕਹਿਣ ਦਾ ਭਾਵ ਕਿ ਹਰ ਇਨਸਾਨ ਦੇ ਅੰਦਰ ਇਹ ਪੋਸਿਬਿਲਿਟੀ ਹੈ, ਹਰ ਇਨਸਾਨ ਦੇ ਅੰਦਰ ਇਹ ਸੰਭਾਵਨਾ ਹੈ। ਉਹ ਇੱਕ ਮਹਾਨ ਇਨਸਾਨ ਹੋ ਸਕਦਾ ਹੈ। ਸੁਖੀ ਰਹਿਣਾ, ਖੁਸ਼ ਰਹਿਣਾ, ਪ੍ਰਸੰਨ ਰਹਿਣਾ, ਚੜ੍ਹਦੀ ਕਲਾ ਦੇ ਅੰਦਰ ਰਹਿਣਾ ਹਰ ਇਨਸਾਨ ਦਾ ਹੱਕ ਵੀ ਹੈ, ਹਰ ਇਨਸਾਨ ਦਾ ਫਰਜ਼ ਵੀ ਹੈ। ਇਹ ਚੀਜ਼ਾਂ ਹਰ ਥਾਂ ਤੇ ਵਿਆਪਕ ਨੇ। ਤੁਹਾਡੇ ਅੰਦਰ ਖੁਸ਼ੀਆਂ ਦੇ ਗੁਣਾਂ ਦੇ ਝਰਨੇ ਚੱਲ ਰਹੇ ਨੇ, ਸਿਰਫ ਨਹਾਣਾ ਹੈ। ਖੁਸ਼ੀਆਂ ਚਾਰ ਚਫੇਰੇ ਫੈਲੀਆਂ ਨੇ, ਸਿਰਫ ਬਟੋਰਨੀਆਂ ਨੇ। ਅੰਦਰ ਸ਼ੁਭ ਗੁਣ ਮੌਜੂਦ ਨੇ, ਸਿਰਫ ਯੂਜ਼ ਕਰਨੇ ਨੇ। ਅੰਦਰ ਰੱਬ ਹੈ, ਸਿਰਫ ਉਹਦੇ ਦੀਦਾਰ ਕਰਨੇ। ਚੱਚਾ ਰਚਿਤ ਚਿੱਤਰ ਹੈ ਭਾਰੀ। ਇਹ ਸ਼ਬਦ ਚਿੱਤਰ ਨੂੰ ਚਿੱਤਰ ਨਹੀਂ ਬੋਲਣਾ, ਅੱਧਾ ਰਾਹ ਬੋਲਣਾ ਹੈ, ਚਿੱਤਰ। ਤੇ ਚੱਚਾ ਤੇ ਥੋੜਾ ਜਿਹਾ ਰੁਕਣਾ ਹੈ, ਚੱਚਾ। ਰਚਿਤ ਚਿੱਤਰ ਹੈ ਭਾਰੀ। ਰਚਿਤ ਦਾ ਮਤਲਬ ਰਚਿਆ ਹੋਇਆ ਜਗਤ, ਚਿੱਤਰ ਦਾ ਮਤਲਬ ਤਸਵੀਰ। ਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ, ਇਹ ਮਾਨੋ ਰੱਬ ਦੀ ਬਣਾਈ ਹੋਈ ਇੱਕ ਤਸਵੀਰ ਹੈ। ਰੱਬ ਦੀ ਰਚਨਾ ਮਾਨੋ ਇੱਕ ਤਸਵੀਰ ਹੈ, ਰਚਨਾ ਇੱਕ ਤਸਵੀਰ ਹੈ। ਤੇ ਇਹਦੇ ਵਿੱਚ ਕਰਨਾ ਕੀ ਹੈ? ਤਜ ਚਿੱਤਰੈ ਚੇਤੋ ਚਿਤਕਾਰੀ। ਤਜ ਦਾ ਮਤਲਬ ਛੱਡ ਕੇ, ਚੇਤੋ ਦਾ ਮਤਲਬ ਯਾਦ ਰੱਖੋ, ਚਿਤਕਾਰੀ ਦਾ ਮਤਲਬ ਚਿੱਤਰਕਾਰ, ਤਸਵੀਰ ਨੂੰ ਬਣਾਉਣ ਵਾਲਾ। ਇਸ ਲਈ ਇਹ ਤਸਵੀਰ ਦੇ ਮੋਹ ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ। ਤਸਵੀਰ ਦੇ ਮੋਹ ਨੂੰ ਛੱਡ ਕੇ, ਇਹਦਾ ਮਤਲਬ ਇਹ ਨਹੀਂ ਤਸਵੀਰ ਨੂੰ ਛੱਡ ਕੇ ਸੰਸਾਰ ਨੂੰ ਛੱਡ ਕੇ ਦੌੜ ਜਾਓ। ਸੰਸਾਰ ਵਿੱਚ ਹੀ ਰਹਿਣਾ ਹੈ, ਇਹਦੇ ਮੋਹ ਨੂੰ ਛੱਡਣਾ ਹੈ, ਔਗਣਾ ਨੂੰ ਛੱਡਣਾ ਹੈ, ਤੇ ਚਿੱਤਰਕਾਰ ਨੂੰ ਚੇਤੇ ਰੱਖਣਾ ਹੈ। ਤੇ ਚਿੱਤਰਕਾਰ ਰੱਬ ਦੇ ਵਿੱਚ ਸਿਰਫ ਗੁਣ ਨੇ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਰੱਬੀ ਗੁਣ ਨੇ, ਉਹਨਾਂ ਗੁਣਾਂ ਨੂੰ ਚੇਤੇ ਰੱਖੋ। ਇਸ ਰਚਨਾ ਦੇ ਅੰਦਰ ਅਨੰਤ ਗੁਣ ਨੇ, ਉਹਨਾਂ ਗੁਣਾਂ ਨੂੰ ਚੇਤੇ ਰੱਖੋ। ਇਸ ਸੰਸਾਰ ਪੂਰੇ ਦਾ ਪੂਰਾ ਇੱਕ ਨਿਯਮਾਵਲੀ ਦੇ ਅੰਦਰ ਚੱਲ ਰਿਹਾ ਹੈ, ਉਸ ਨਿਯਮਾਵਲੀ ਨੂੰ ਚੇਤੇ ਰੱਖੋ। ਰੱਬੀ ਹੁਕਮ ਨੂੰ ਚੇਤੇ ਰੱਖੋ, ਰੱਬੀ ਗੁਣਾਂ ਨੂੰ ਚਿੱਤ ਦੇ ਅੰਦਰ ਵਸਾਓ, ਫਿਰ ਜੀਵਨ ਬੜਾ ਮਹਾਨ ਹੋ ਜਾਏਗਾ। ਤੇ ਜੇ ਸਿਰਫ ਚਿੱਤਰ ਦੇ ਮੋਹ ਦੇ ਅੰਦਰ ਪੈ ਗਏ, ਮੋਹ ਦੇ ਵਿੱਚ, ਤਾਂ ਫਿਰ ਅਗਲੀ ਯਾਤਰਾ ਜਿਹੜੀ ਹੈ ਵਿਕਾਰਾਂ ਦੀ ਸ਼ੁਰੂ ਹੋ ਜਾਏਗੀ। ਕਾਮ, ਕ੍ਰੋਧ, ਲੋਭ ਆਦਿ ਕੇ ਸਾਰਿਆਂ ਦੀ ਯਾਤਰਾ ਆਰੰਭ ਹੋ ਜਾਏਗੀ। ਜੀਵਨ ਵਿੱਚ ਦੁਖਾਂਤ ਪੈਦਾ ਹੋਣਗੇ। ਇਸ ਲਈ ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖੋ, ਵਿਕਾਰਾਂ ਦਾ ਤਿਆਗ ਕਰਕੇ। ਚਿੱਤਰ ਬਚਿੱਤਰ ਇਹ ਅਵਚੇਰਾ। ਪਰ ਗੁਰੂ ਜੀ ਕਹਿੰਦੇ ਨੇ ਚਿੱਤਰ ਬਚਿੱਤਰ। ਬਚਿੱਤਰ ਦਾ ਮਤਲਬ ਵਿਚਿੱਤਰ, ਰੰਗਾਂ ਰੰਗ ਦੀ ਬਹੁਤ ਸੁੰਦਰ, ਹੈਰਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ। ਬਚਿੱਤਰ ਦਾ ਮਤਲਬ ਬੜੀ ਵਿਚਿੱਤਰ, ਜਿਹੜੀ ਚੀਜ਼ ਮਨ ਨੂੰ ਮੋਹ ਲਵੇ। ਜਿਹੜੀ ਚੀਜ਼ ਬੜੀ ਵੰਡਰਫੁਲ ਹੋਏ ਨਾ, ਉਹ ਸਾਡੇ ਮਨ ਨੂੰ ਮੋਹ ਲੈਂਦੀ ਹੈ। ਉਹਨੂੰ ਬਾਰ-ਬਾਰ ਵੇਖਣ ਤੇ ਜੀ ਕਰਦਾ ਹੈ, ਬੰਦਾ ਉਹਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਅਵਚੇਰਾ ਦਾ ਮਤਲਬ ਬਖੇੜਾ, ਝਮੇਲਾ। ਗੁਰੂ ਜੀ ਕਹਿੰਦੇ ਨੇ ਕਿਉਂਕਿ ਵੱਡਾ ਝਮੇਲਾ ਇਹ ਹੈ, ਚਿੱਤਰ ਬਚਿੱਤਰ। ਇਹ ਜਿਹੜਾ ਚਿੱਤਰ ਹੈ, ਇਹ ਸੰਸਾਰ ਹੈ, ਬੜਾ ਮੋਹ ਲੈਣ ਵਾਲਾ ਹੈ।
ਇਹ ਅਵਚੇਰਾ ਦਾ ਮਤਲਬ ਇਹ ਹੀ ਵੱਡਾ ਝਮੇਲਾ ਹੈ। ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਝਮੇਲਾ ਇਹ ਹੈ ਕਿ ਇਹ ਜਿਹੜਾ ਚਿੱਤਰ ਹੈ, ਸੰਸਾਰ ਹੈ ਨਾ, ਮਨ ਨੂੰ ਮੋਹ ਲੈਣ ਵਾਲਾ ਹੈ, ਮਨ ਨੂੰ ਖਿੱਚ ਪਾਉਂਦਾ। ਕੋਈ ਚੰਗੀ ਔਰਤ, ਕਿਸੇ ਸੁੰਦਰ ਔਰਤ ਜਾ ਰਹੀ ਹੈ ਤੇ ਮਨ ਨੂੰ ਖਿੱਚ ਪਾ ਰਹੀ, ਕਿਸੇ ਦਾ ਪੈਸਾ ਡਿੱਗ ਗਿਆ ਹੈ, ਮਨ ਨੂੰ ਖਿੱਚ ਪਾ ਰਿਹਾ ਹੈ, ਲੱਭ ਲੋਭ ਲਾਲਚ ਇਹ ਸਾਰੇ ਖਿੱਚ ਪਾ ਰਹੇ ਨੇ ਮਨ ਨੂੰ। ਇਹ ਝਮੇਲਾ ਹੈ ਜ਼ਿੰਦਗੀ ਦਾ ਕਿ ਇਹ ਖਿੱਚ ਪਾਉਂਦਾ ਹੈ, ਮੋਹੰਦਾ ਹੈ। ਤੇ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਤੁਸੀਂ ਆਪਣਾ ਗੋਲ ਕੀ ਬਣਾਉਣਾ ਹੈ, ਇਸ ਝਮੇਲੇ ਚੋਂ ਬਾਹਰ ਨਿਕਲਣਾ ਕਿਵੇਂ ਹੈ, ਇਸ ਝਮੇਲੇ ਵਿੱਚ ਨਹੀਂ ਫਸਣਾ। ਤਜ ਚਿਤਰੈ ਚਿਤ ਰਾਖ ਚਿਤੇਰਾ, ਚਿੱਤ ਦਾ ਮਤਲਬ ਚਿੱਤ ਵਿੱਚ ਯਾਦ, ਚਿਤੇਰਾ ਦਾ ਮਤਲਬ ਚਿੱਤਰਕਾਰ, ਤਜ ਚਿਤਰੈ ਦਾ ਮਤਲਬ ਸੰਸਾਰ ਦਾ ਮੋਹ। ਇਸ ਮੋਹ ਤੋਂ ਬਚਣ ਲਈ ਤਸਵੀਰ ਦਾ ਖਿਆਲ ਛੱਡ ਕੇ ਤਸਵੀਰ ਬਣਾਉਣ ਵਾਲੇ ਦੇ ਅੰਦਰ ਆਪਣੇ ਚਿੱਤ ਨੂੰ ਪਰੋ, ਆਪਣੇ ਚਿੱਤ ਨੂੰ ਪਰੋ ਕੇ ਰੱਖ, ਆਪਣੇ ਚਿੱਤ ਦੇ ਅੰਦਰ ਬਣਾਉਣ ਵਾਲੇ ਨੂੰ ਪਰੋ ਕੇ ਰੱਖ, ਰੱਬੀ ਗੁਣਾਂ ਨੂੰ ਯਾਦ ਰੱਖ ਔਰ ਵਿਕਾਰਾਂ ਤੋਂ ਆਪਣਾ ਖਿਹੜਾ ਛਡਾ। ਜਿਹੜਾ ਝਮੇਲਾ ਹੈ, ਇਸ ਝਮੇਲੇ ਚੋਂ ਨਿਕਲਣ ਦਾ ਇੱਕੋ ਹੀ ਸਾਧਨ ਹੈ ਕਿ ਰੱਬੀ ਗੁਣਾਂ ਨੂੰ ਯਾਦ ਰੱਖ, ਆਪਣੀ ਜ਼ਿੰਦਗੀ ਦਾ ਗੋਲ ਬਣਾ ਕੇ ਰੱਖ। ਇਸ ਸੰਸਾਰ ਦੇ ਵਿੱਚ ਵਿਚਰ, ਸੰਸਾਰ ਵਿੱਚ ਤੈਨੂੰ ਵਿਚਰਨਾ ਪਵੇਗਾ। ਇਸ ਸੰਸਾਰ ਨੂੰ ਛੱਡ ਕੇ ਕਦੇ ਵੀ ਗੁਜ਼ਾਰਾ ਨਹੀਂ ਹੋ ਸਕਦਾ। ਲੇਕਿਨ ਜੇ ਸੁਖੀ ਔਰ ਸ਼ਾਂਤ ਰਹਿਣਾ ਹੈ ਤਾਂ ਇਸ ਸੰਸਾਰ ਦੇ ਮੋਹ ਨੂੰ, ਵਿਕਾਰਾਂ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ, ਬੁਰਾਈਆਂ ਨੂੰ ਛੱਡ ਕੇ ਰੱਬੀ ਗੁਣਾਂ ਨੂੰ ਯਾਦ ਰੱਖਣਾ ਹੈ। ਜਿਹੜਾ ਬਣਾਉਣ ਵਾਲਾ ਹੈ, ਮੀਨਸ ਕਿ ਰੱਬੀ ਗੁਣਾਂ ਨੂੰ ਚਿੱਤ ਦੇ ਅੰਦਰ ਵਸਾਉਣਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਨੂੰ ਆਪਣੇ ਚਿੱਤ ਦੇ ਅੰਦਰ ਪਰੋ ਕੇ ਰੱਖ। ਫਿਰ ਇਹ ਸੰਸਾਰ ਤੇਰੇ ਵਾਸਤੇ ਖੁਸ਼ੀਆਂ ਦੇਣ ਵਾਲਾ ਹੋਏਗਾ। ਤੇ ਜੇਕਰ ਰੱਬੀ ਗੁਣਾਂ ਨੂੰ ਭੁਲਾ ਦਿੱਤਾ ਔਰ ਕੇਵਲ ਸੰਸਾਰ ਦੇ ਮੋਹ ਨੂੰ ਆਪਣੀ ਜ਼ਿੰਦਗੀ ਅੰਦਰ ਵਸਾ ਲਿਆ, ਵਿਕਾਰਾਂ ਨੂੰ, ਤਾਂ ਫਿਰ ਜੀਵਨ ਦੇ ਅੰਦਰ ਦੁਖਾਂਤ ਪੈਦਾ ਹੋਣਗੇ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰੂ ਜੀ ਦੀ ਇਸ ਪਾਵਨ ਰਚਨਾ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਸਮਝੀਏ ਔਰ ਇੰਪਲੀਮੈਂਟ ਕਰੀਏ ਤੇ ਇਸ ਸੰਸਾਰ ਨੂੰ ਸਵਰਗ ਵਿੱਚ ਬਦਲਣ ਦਾ ਯਤਨ ਕਰੀਏ। ਤੇ ਜਿਵੇਂ ਕਿ ਆਪਾਂ ਵਿਚਾਰਿਆ ਹੈ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ, ਇਹ ਗੱਲ ਤਾਂ ਪੱਕੀ ਪੱਲੇ ਬੰਨ ਲਓ ਔਰ ਇਹ ਪੰਕਤੀ ਮੂੰਹ ਜ਼ੁਬਾਨੀ ਯਾਦ ਕਰ ਲਓ ਔਰ ਇਹਨੂੰ ਦਿਨ ਦੇ ਵਿੱਚ 2, 4, 5, 10 ਵਾਰੀ ਰਿਪੀਟ ਕਰੋ, ਜਿਸ ਕਰਕੇ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਇਹ ਚੀਜ਼ ਚਲੀ ਜਾਏ ਕਿ ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ, ਇਹ ਕਿ ਅਸੀਂ ਭਜਣਾ ਨਹੀਂ, ਹਰ ਕੰਮ ਪੋਸੀਬਲ ਹੈ। ਅਸੀਂ ਐਸੀ ਜ਼ਿੰਦਗੀ ਜੀ ਸਕਦੇ ਹਾਂ, ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਹੈ ਤੇ ਇਸ ਸਿਆਣਪ ਨੂੰ ਕਦੇ ਵੀ ਤਿਆਗਣਾ ਨਹੀਂ, ਇਸ ਸਿਆਣਪ ਦੀ ਵਰਤੋਂ ਕਰਨੀ ਹੈ ਔਰ ਐਸੀ ਜ਼ਿੰਦਗੀ ਜੀਣੀ ਹੈ।